ਸ੍ਰੀ ਨਾਨਕ ਪਗ ਪੰਕਜ ਬੰਦਨ ਪਗ ਪੰਕਜ ਬੰਦਨ ਸਿਮਰੋ ਅੰਗਦ ਦੋਖ ਨਿਕੰਦਨ ਅਮਰਦਾਸ ਗੁਰ ਹਿਰਦੈ ਧਿਆਵੋ ਹਿਰਦੈ ਧਿਆਵੋ। ਸ਼੍ਰੀ ਗੁਰੂ ਰਾਮਦਾਸ ਗੁਣ ਗਾਵੋ। ਸ੍ਰੀ ਅਰਜਨ ਬਿਗਨਨ ਕੇ ਨਾਸਕ ਬਿਗਨਨ ਕੇ ਨਾਸਕ। ਸ੍ਰੀ ਹਰਗੋਬਿੰਦ ਸ਼ੋਭ ਸੁਮਤ ਪ੍ਰਕਾਸ਼ਕ। ਸ਼੍ਰੀ ਹਰਿ ਰਾਏ ਨਮੋ ਕਰ ਜੋਰੀ ਨਮੋ ਕਰ ਜੋਰੀ। ਗੁਰੂ ਹਰਿ ਕ੍ਰਿਸ਼ਨ ਮਨਾਏ ਬਹੋਰੀ। ਗੁਰੂ ਤੇਗ ਬਹਾਦੁਰ ਪਰਮ ਕਿਰਪਾਲਾ ਪਰਮ ਕਿਰਪਾਲਾ। ਸ੍ਰੀ ਗੁਰੂ ਗੋਬਿੰਦ ਸਿੰਘ ਬਿਸਾਲਾ। ਧਰੋਂ ਧਰਾ ਪਰ ਪੁੰਨ ਪੁੰਨ ਸੀਸਾ ਪੁੰਨ ਪੁੰਨ ਸੀਸਾ। ਬੰਦੋਂ ਬਾਰ ਬਾਰ ਜਗਦੀਸ਼ਾ। ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਣਕ ਭਗਤ ਬੈਰਾਗ। ਸ਼੍ਰੀ ਗੁਰੂ ਗ੍ਰੰਥ ਸਾਹਿਬ ਉਦਦ ਬੰਦੋਂ ਕਰ ਅਨੁਰਾਗ। ਏਕ ਓੰਕਾਰ ਸਤਿਗੁਰੂ ਤਿਹ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ। ਬਿਘਨ ਬਿਨਾਸ਼ਨ ਸੋਏ। ਧੰਨ ਧੰਨ ਸਤਿਗੁਰੂ ਗਰੀਬ ਨਵਾਜ ਸੱਚੇ ਪਾਤਸ਼ਾਹ, ਦੀਨ ਦੁਨੀਆ ਦੇ ਮਾਲਕ, ਚਬਰ ਛਤਰ ਤਖਤ ਦੇ ਮਾਲਕ, ਵਾਹਿਗੁਰੂ ਅਕਾਲ ਪੁਰਖ ਸਵਰੂਪ ਸੱਚੇ ਪਾਤਸ਼ਾਹ, ਦਾਸਾਂ ਗਰੀਬਾਂ ਸਿੱਖਾਂ ਸੇਵਕਾਂ ਦੀ ਸਦਾ ਹੀ ਇੱਜ਼ਤ ਰੱਖਣ ਵਾਲੇ, ਪੱਤ ਰੱਖਣ ਵਾਲੇ, ਦਇਆ ਕਰਨ ਵਾਲੇ, ਮਿਹਰਾਂ ਕਰਨ ਵਾਲੇ, ਬਖਸ਼ਿਸ਼ਾਂ ਕਰਨ ਵਾਲੇ, ਧੰਨ ਧੰਨ ਸੱਚੇ ਪਾਤਸ਼ਾਹ ਗਰੀਬ ਨਵਾਜ ਅੰਤਰਜਾਮੀ ਸਤਿਗੁਰੂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਬੜੇ ਹੀ ਪਿਆਰ ਨਾਲ ਸਭ ਸਿੱਖ ਸੰਗਤ ਦੋਵੇਂ ਹੱਥ ਜੋੜ ਕੇ ਗੱਜ ਕੇ ਕਹੋ ਜੀ, ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। 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 ਸੱਚੇ ਪਾਤਸ਼ਾਹ ਜੀ ਦੀ ਪਵਿੱਤਰ ਪਾਵਨ ਹਾਜ਼ਰੀ ਵਿਖੇ ਸੁਭਾਏਮਾਨ ਸੰਗਤ ਜੀ, ਪਿਆਰ ਨਾਲ ਦੋਵੇਂ ਹੱਥ ਜੋੜ ਕੇ ਗੱਜ ਕੇ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਸੱਚੇ ਪਾਤਸ਼ਾਹ ਗਰੀਬ ਨਵਾਜ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀ ਲੜੀਵਾਰ ਕਥਾ ਆਪ ਸਭ ਸਿੱਖ ਸੰਗਤ ਬੜੇ ਪਿਆਰ ਨਾਲ ਹਰ ਰੋਜ਼ ਸਰਵਣ ਕਰਦੇ ਹੋ।
ਹਜ਼ੂਰ ਸੱਚੇ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ, ਸੱਚੇ ਪਾਤਸ਼ਾਹ ਜੀ ਮਹਾਰਾਜ ਜੋਤੀ ਜੋਤ ਸਮਾਉਣ ਦੀ ਤਿਆਰੀ ਕਰ ਰਹੇ ਹਨ। ਉਹ ਵੈਰਾਗ ਵਾਲੇ ਪ੍ਰਸੰਗ ਸਾਧ ਸੰਗਤ ਜੀ ਇਹਨਾਂ ਦਿਨਾਂ ਦੇ ਵਿੱਚ ਚੱਲ ਰਹੇ ਹੈ। ਧੰਨ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੰਦੇੜ ਦੀ ਧਰਤੀ ਤੇ ਬੈਠੇ ਸਿੱਖ ਸੰਗਤਾਂ ਦਾ ਭਲਾ ਕਰ ਰਹੇ ਨੇ। ਹਜ਼ਾਰਾਂ ਦੀ ਗਿਣਤੀ ਵਿੱਚ ਸਿੱਖ ਸੰਗਤਾਂ ਸਤਿਗੁਰੂ ਜੀ ਦੀ ਹਾਜ਼ਰੀ ਵਿੱਚ ਪਹੁੰਚਣ ਲੱਗ ਪਈਆਂ। ਜਿੱਥੇ ਸਿੱਖ ਸੰਗਤਾਂ ਸੱਚੇ ਪਾਤਸ਼ਾਹ ਜੀ ਦੀ ਹਾਜ਼ਰੀ ਵਿੱਚ ਪਹੁੰਚ ਕੇ ਗੁਰੂ ਜੀ ਦੇ ਦਰਸ਼ਨ ਕਰਕੇ ਫਲ ਪ੍ਰਾਪਤ ਕਰਦੀਆਂ, ਲਾਭ ਪ੍ਰਾਪਤ ਕਰਦੀਆਂ ਨੇ, ਉੱਥੇ ਮੌਕੇ ਦਾ ਜਿਹੜਾ ਬਾਦਸ਼ਾਹ ਹੈ ਉਹ ਵੀ ਸੱਚੇ ਪਾਤਸ਼ਾਹ ਜੀ ਦੀ ਹਜ਼ੂਰੀ ਵਿੱਚ ਜਾ ਕੇ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਕੋਲੋਂ ਬੇਅੰਤ ਖੁਸ਼ੀਆਂ ਪ੍ਰਾਪਤ ਕਰਦਾ ਹੈ। ਭਾਵੇਂ ਕਿ ਉਹ ਉੱਪਰੋਂ ਸਿਆਸੀ ਲੱਗਾ ਹੈ, ਪਰ ਗੁਰੂ ਦਾ ਬਖਸ਼ਿੰਦ ਹੈ, ਬਖਸ਼ਣ ਵਾਲਾ ਮਹਾਰਾਜ ਸੱਚੇ ਪਾਤਸ਼ਾਹ ਉਹਨੂੰ ਬਖਸ਼ਦੇ ਹੈ। ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਆਪਣੇ ਪਰਿਵਾਰ ਦੇ ਸਾਰੇ ਜੀਆਂ ਨੂੰ ਭੇਜੀ ਜਾ ਰਹੇ ਹੈ। ਪਹਿਲਾਂ ਤੇ ਸਾਰਾ ਪਰਿਵਾਰ ਜਿਹੜਾ ਹੈ, ਅੱਧੇ ਤੋਂ ਬਹੁਤਾ ਜਿਹੜਾ ਗੁਰੂ ਜੀ ਦਾ ਪਰਿਵਾਰ ਹੈ ਉਹ ਮਹਾਰਾਜ ਜੀ ਨੇ ਸ਼ਹੀਦ ਕਰਾਇਆ ਹੈ। ਹੁਣ ਮਾਤਾ ਜੀ, ਮਾਤਾ ਸੁੰਦਰੀ ਜੀ ਤੇ ਮਾਤਾ ਸਾਹਿਬ ਦੇਵਾਂ ਜੀ ਸਰੀਰ ਕਰਕੇ ਕੋਲ ਸਨ। ਮਾਤਾ ਸੁੰਦਰੀ ਜੀ ਨੂੰ ਦਿੱਲੀ ਵਿਖੇ ਹੀ ਮਹਾਰਾਜ ਸੱਚੇ ਪਾਤਸ਼ਾਹ ਨੇ ਕਿਹਾ ਸੀ ਤੁਸੀਂ ਦਿੱਲੀ ਰਹੋ, ਤੇ ਮਾਤਾ ਸਾਹਿਬ ਦੇਵਾਂ ਜੀ ਕੋਲ ਨੇ। ਮਾਤਾ ਜੀ ਦਾ ਨੇਮ ਸੀਗਾ ਜਿੰਨਾ ਚਿਰ ਤੱਕ ਸਤਿਗੁਰੂ ਜੀ ਦੇ ਦਰਸ਼ਨ ਨਹੀਂ ਸੀ ਕਰਦੇ ਹੁੰਦੇ, ਸੰਗਤ ਜੀ ਕੁਝ ਨਹੀਂ ਸੀ ਛਕਦੇ ਹੁੰਦੇ। ਤੇ ਦਾਸ ਨੇ ਕੱਲ੍ਹ ਵੀ ਬੇਨਤੀ ਕੀਤੀ ਸੀ, ਆਪਣੀ ਭਾਵਨਾ ਬਣਾਇਓ ਸਤਿਗੁਰਾਂ ਦੇ ਚਰਨਾਂ 'ਚ। ਸਤਿਗੁਰੂ ਕਿਤੇ ਜੀਵਨ ਵਿੱਚ ਸਾਨੂੰ ਵੀ ਐਸਾ ਨੇਮ ਬਖਸ਼ਿਸ਼ ਕਰ ਦਿਓ, ਐਸਾ ਨੇਮ ਬਖਸ਼ਿਸ਼ ਕਰੋ, ਅਸੀਂ ਵੀ ਆਪ ਜੀ ਦੇ ਦਰਸ਼ਨਾਂ ਤੋਂ ਬਗੈਰ ਮਹਾਰਾਜ ਕੁਝ ਨਾ ਛਕੀਏ, ਤੁਹਾਡੀ ਬਾਣੀ ਪੜ੍ਹਨ ਤੋਂ ਬਗੈਰ ਕੁਝ ਨਾ ਛਕਿਆ ਕਰੀਏ। ਸਾਡੇ 'ਤੇ ਐਸੀ ਕਿਰਪਾ ਕਰੋ। ਸੰਗਤ ਜੀ ਗੱਲਾਂ ਕੁਝ ਵੀ ਨਹੀਂ ਹੈ, ਪਰ ਇਹਨਾਂ ਸਾਰੀਆਂ ਗੱਲਾਂ ਵਿੱਚ ਪਿਆਰ ਹੈ ਜੀ। ਇਹ ਸਾਰੀਆਂ ਗੱਲਾਂ ਜਿਹੜੀਆਂ ਨਾ ਜੀ, ਇਹ ਪਿਆਰ ਨਾਲ ਭਰੀਆਂ ਪਈਆਂ, ਸ਼ਰਧਾ ਨਾਲ ਭਰੀਆਂ ਪਈਆਂ ਹੈ। ਜੇ ਤੇ ਜੀਵਨ ਵਿੱਚ ਸਾਧ ਸੰਗਤ ਜੀ ਇਹ ਸਮਾਂ ਬਣ ਜਾਵੇ ਤੇ ਜੀਂਦਿਆਂ ਜੀ ਮਨੁੱਖ ਦਾ ਜੀਵਨ ਸੱਚਖੰਡ ਵਰਗਾ ਹੈ। ਜਿਨ੍ਹਾਂ ਦੇ ਅੰਦਰ ਪਿਆਰ ਵਸ ਜਾਂਦਾ ਹੈ, ਜਿਹੜੇ ਨੇਮ ਦੇ ਧਾਰਨੀ ਹੋ ਜਾਂਦੇ ਹੈ, ਬਸ ਜੀਂਦਿਆਂ ਜੀ ਉਹਨਾਂ ਦਾ ਜੀਵਨ ਸੱਚਖੰਡ ਵਰਗਾ ਬਣ ਗਿਆ ਜੀ। ਸੋ ਸੱਚੇ ਪਾਤਸ਼ਾਹ ਗਰੀਬ ਨਵਾਜ ਕਿਰਪਾ ਕਰਨ, ਬਖਸ਼ਿਸ਼ ਕਰਨ। ਕੱਲ੍ਹ ਆਪ ਜੀ ਨੇ ਸੁਣਿਆ, ਮਾਤਾ ਜੀ ਨੇ ਬੜਾ ਬੈਰਾਗ ਕੀਤਾ, ਮਹਾਰਾਜ ਮੈਂ ਆਪ ਜੀ ਦੇ ਦਰਸ਼ਨਾਂ ਤੋਂ ਬਗੈਰ ਕੁਝ ਨਾ ਛਕਦੀ ਹਾਂ ਨਾ ਪੀਂਦੀ ਹਾਂ, ਅਤੇ ਮਹਾਰਾਜ ਮੈਂ ਰਹਿ ਵੀ ਨਹੀਂ ਸਕਦੀ ਆਪ ਜੀ ਦੇ ਦਰਸ਼ਨਾਂ ਤੋਂ ਬਗੈਰ। ਗੁਰੂ ਸਾਹਿਬ ਮਹਾਰਾਜ ਜੀ ਨੇ ਸ਼ਸਤਰ ਮੰਗਾ ਕੇ ਸਿੰਘ ਕੋਲੋਂ, ਗੁਰੂ ਸਾਹਿਬ ਜੀ ਦੇ ਜਿਹੜੇ ਸ਼ਸਤਰ ਸਨ ਉਹ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਮਾਤਾ ਜੀ ਨੂੰ ਦਿੱਤੇ। ਆਖਿਆ ਇਹਨਾਂ ਸ਼ਸਤਰਾਂ ਦੇ ਦਰਸ਼ਨ ਕਰਿਆ ਕਰੋ। ਜਦੋਂ ਤੁਸੀਂ ਇਹਨਾਂ ਸ਼ਸਤਰਾਂ ਦੇ ਦਰਸ਼ਨ ਕਰੋਗੇ, ਇਹਨਾਂ ਸ਼ਸਤਰਾਂ ਦੇ ਵਿੱਚੋਂ ਤੁਹਾਨੂੰ ਸਾਡੇ ਦਰਸ਼ਨ ਹੋਣਗੇ। ਸੋ ਇਹ ਬਚਨ ਤੁਸੀਂ ਕੱਲ੍ਹ ਬੜੇ ਪਿਆਰ ਨਾਲ ਸਰਵਣ ਕੀਤੇ ਸਨ। ਸੰਗਤ ਜੀ, ਮਾਤਾ ਜੀ ਦਿੱਲੀ ਵਿੱਚ ਆਏ ਆ ਬੈਰਾਗ ਕਰਦਿਆਂ, ਜੀਂਦਿਆਂ ਜੀ ਮਹਾਰਾਜ ਜੀ ਨੇ ਤਨ ਦਾ ਵਿਛੋੜਾ ਪਾ ਦਿੱਤਾ। ਅਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਆਖਿਆ ਜਾ ਕੇ ਭਜਨ ਕਰਿਓ, ਸਿਮਰਨ ਕਰਿਓ। ਮਾਤਾ ਜੀ ਦੋਵੇਂ ਹੀ, ਮਾਤਾ ਸੁੰਦਰੀ ਜੀ ਅਤੇ ਮਾਤਾ ਸਾਹਿਬ ਦੇਵਾਂ ਜੀ ਬੈਰਾਗ ਕਰਦੇ ਹੈ। ਨੇਤਰਾਂ ਦੇ ਵਿੱਚ ਵੀ ਬੈਰਾਗ ਆ ਜਾਂਦਾ ਹੈ, ਹਿਰਦੇ ਵਿੱਚ ਤਾਂ ਬੈਰਾਗ ਅੱਗੇ ਹੀ ਬਹੁਤ ਜ਼ਿਆਦਾ ਹੈ। ਔਰ ਸਾਧ ਸੰਗਤ ਜੀ, ਹਰ ਰੋਜ਼ ਸੰਗਤਾਂ ਆਉਂਦੀਆਂ ਨੇ ਦਿੱਲੀ ਵਿੱਚ, ਇਕੱਠੀਆਂ ਹੁੰਦੀਆਂ, ਉਹ ਮਾਤਾ ਜੀ ਦਾ ਸਤਿਕਾਰ ਕਰਦੇ ਹਨ। ਹੁਣ ਇਹਦੇ ਤੋਂ ਅੱਗੇ ਜੋ ਪ੍ਰਸੰਗ ਹੈ ਕਥਾ ਦਾ, ਉਹ ਆਪਾਂ ਨੇ ਬੜੇ ਪਿਆਰ ਦੇ ਨਾਲ ਸਰਵਣ ਕਰਨਾ ਹੈ। ਇਹਨਾਂ ਦਿਨਾਂ ਦੇ ਜਿਹੜੇ ਪ੍ਰਸੰਗ ਨੇ ਉਹ ਬੜੇ ਧਿਆਨ ਦੇ ਨਾਲ ਆਪਾਂ ਸਾਰਿਆਂ ਨੇ ਸਰਵਣ ਕਰਨੇ ਹੈ। ਅਤੇ ਅਰਦਾਸ ਕਰਿਓ, ਇਹ ਗੁਰੂ ਸਾਹਿਬ ਮਹਾਰਾਜ ਜੀ ਦੀ ਜਿਹੜੀ ਕਥਾ ਹੈ, ਹੋਰ ਥੋੜ੍ਹੇ ਦਿਨ ਹੈ, ਮਹਾਰਾਜ ਕਥਾ ਆਪ ਕਰਵਾਇਓ ਸੱਚੇ ਪਾਤਸ਼ਾਹ। ਬੰਦਾ ਨਹੀਂ ਸੰਗਤ ਜੀ ਕੁਝ ਵੀ ਕਰ ਸਕਦਾ, ਗੁਰੂ ਸਾਹਿਬ ਆਪਣੀ ਕਥਾ ਆਪ ਕਰਵਾ ਲੈਣ। ਸਿਰ 'ਤੇ ਮਿਹਰਾਂ ਭਰਿਆ ਹੱਥ ਰੱਖ ਕੇ ਆਓ ਗੁਰੂ ਸਾਹਿਬ ਜੀ ਦੀ ਇਸ ਪਵਿੱਤਰ ਕਥਾ ਦੇ ਨਾਲ ਸੁਰਤੀਆਂ ਜੋੜੀਏ।
ਜਿਹਦਾ ਹੁਣ ਤੱਕ ਮਹਾਰਾਜ ਜੀ ਦੇ ਚਰਨਾਂ ਨਾਲ ਪਿਆਰ ਨਹੀਂ ਬਣਿਆ, ਮੇਰੇ ਸੱਚੇ ਪਾਤਸ਼ਾਹ ਮਿਹਰ ਕਰਨ, ਮੇਰਾ ਭਰਿਆ ਹੱਥ ਰੱਖਣ, ਉਹਦੇ ਹਿਰਦੇ ਵਿੱਚ ਗੁਰੂ ਜੀ ਦਾ ਪਿਆਰ ਵੱਧ ਤੋਂ ਵੱਧ ਬਣੇ। ਐਸੀ ਮਹਾਰਾਜ ਸੱਚੇ ਪਾਤਸ਼ਾਹ ਕਿਰਪਾ ਕਰਨ। ਜ਼ਿੰਦਗੀ ਵਿੱਚ ਗੁਰੂ ਸਾਹਿਬ ਦਾ ਜਿਹਨੂੰ ਪਿਆਰ ਮਿਲ ਗਿਆ, ਉਹਨੂੰ ਸਭ ਕੁਝ ਮਿਲ ਗਿਆ ਜੀ। ਜਿਹਦੇ ਅੰਦਰ ਸਤਿਗੁਰੂ ਜੀ ਦੇ ਪ੍ਰਤੀ ਪ੍ਰੇਮ ਬਣ ਗਿਆ, ਉਹਨੂੰ ਸਭ ਪ੍ਰਾਪਤੀਆਂ ਮਿਲ ਗਈਆਂ। ਸਾਰਾ ਕੁਝ ਉਹਨੂੰ ਇੱਥੇ ਬੈਠਿਆਂ ਹੀ ਮਿਲ ਗਿਆ ਸਾਧ ਸੰਗਤ ਜੀ। ਸੋ ਸੱਚੇ ਪਾਤਸ਼ਾਹ ਗਰੀਬ ਨਵਾਜ ਕਿਰਪਾ ਕਰਨ, ਬਖਸ਼ਿਸ਼ ਕਰਨ, ਮੇਰਾ ਵਰਤਾਉਣਾ। ਆਓ ਗੁਰੂ ਜੀ ਦੇ ਚਰਨਾਂ ਦਾ ਧਿਆਨ ਧਰ ਕੇ ਗੱਜ ਕੇ ਆਖੋ, ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ। ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ। ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ। ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ। ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ। ਸਭ ਸਿੱਖ ਸੰਗਤ ਗੱਜ ਕੇ ਆਖੋ ਜੀ, ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸ੍ਰੀ ਵਾਹਿਗੁਰੂ ਜੀ। ਦੋਹਰਾ ਗਾਥਾ ਅਬਚਲ ਨਗਰ ਕੀ, ਸੁਨਹੁ ਸਿੱਖ ਮਨ ਲਾਏ। ਭਾਈ ਸੰਤੋਖ ਸਿੰਘ ਜੀ ਕਹਿੰਦੇ ਆ, ਗੁਰੂ ਕੇ ਸਿੱਖੋ, ਹਜੂਰ ਸਾਹਿਬ ਸਰੀਰ ਤਿਆਗਣ ਤੋਂ ਪਹਿਲਾਂ ਗੁਰੂ ਸਾਹਿਬ ਜੀ ਜਿਹੜੇ ਕੌਤਕ ਕਰਦੇ ਆ, ਉਹ ਬੜੇ ਪ੍ਰੇਮ ਨਾਲ ਮਨ ਲਾ ਕੇ ਸੁਣੋ। ਸਿੰਘ ਨਿਕਟ ਪ੍ਰਭ ਕੇ ਰਹੈ, ਇੱਕ ਆਵੈ ਇੱਕ ਜਾਏ। ਹਜੂਰ ਸੱਚੇ ਪਾਤਸ਼ਾਹ ਜੀ ਦੇ ਲਾਗੇ ਸਿੰਘ ਰਹਿੰਦੇ ਹੈ। ਇੱਕ ਸਿੰਘ ਆਉਂਦਾ ਹੈ, ਇੱਕ ਸਿੰਘ ਜਾਂਦਾ ਹੈ। ਇਸ ਤਰੀਕੇ ਨਾਲ ਆਵਾਜਾਈ ਦਾ ਜਿਹੜਾ ਮਾਹੌਲ ਹੈ, ਉਹ ਮਹਾਰਾਜ ਜੀ ਦੀ ਹਾਜ਼ਰੀ ਵਿੱਚ ਬਣਿਆ ਰਹਿੰਦਾ ਹੈ। ਹਾਂਜੀ। ਸਵਈਆ ਸ਼ਾਹ ਬਹਾਦਰ ਇੱਕ ਦਿਨਾ ਢਿਗ ਆਏ, ਬੇਦਾਹਿਤ ਸ੍ਰੀ ਗੁਰ ਪਾਸੀ। ਬਾਦਸ਼ਾਹ ਬਹਾਦਰ ਸ਼ਾਹ ਇੱਕ ਦਿਨ ਫਿਰ ਸੱਚੇ ਪਾਤਸ਼ਾਹ ਜੀ ਦੇ ਕੋਲ ਆਇਆ ਤੇ ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਕੋ ਵਿਦਾ ਲੈਣਾ ਚਾਹੁੰਦਾ ਹੈ ਜੀ। ਅੱਗੇ ਨੂੰ ਜਾਣਾ ਚਾਹੁੰਦਾ ਸੀ ਬਹਾਦਰ ਸ਼ਾਹ, ਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਕੋ ਆਗਿਆ ਲੈਣ ਵਾਸਤੇ ਬਹਾਦਰ ਸ਼ਾਹ ਬਾਦਸ਼ਾਹ ਸਤਿਗੁਰੂ ਜੀ ਦੇ ਕੋਲ ਆਇਆ ਹੈ। ਹਾਂਜੀ। ਸੰਗ ਸਮੂਹ ਲਿਏ ਉਮਰਾਵ, ਬੜੇ ਉਲਮਾਓ ਮੁਲਾਨਨ ਰਾਸੀ। ਬੜੇ ਨਾਲ ਉਹਨੇ ਆਪਣੇ ਵਜ਼ੀਰ ਲਏ ਹੈ, ਆਲਮ ਫਾਜ਼ਲ ਵਿਦਵਾਨ ਲਏ ਹੈ, ਮੁਲਾਣੇ ਰਹੇ। ਕਿਉਂ? ਬਾਦਸ਼ਾਹ ਹੈ ਜੀ, ਮੌਕੇ ਦਾ ਮਾਲਕ ਹੈ, ਤਾਕਤ ਹੈ ਉਹਦੇ ਹੱਥ ਵਿੱਚ। ਆਪਣੇ ਨਾਲ ਬੜੇ ਮੁਲਾਣੇ, ਵਜ਼ੀਰ, ਉਮਰਾਵ ਤੇ ਸਾਧ ਸੰਗਤ ਜੀ, ਉਹ ਆਪਣੇ ਨਾਲ ਆਲਮ ਫਾਜ਼ਲ ਵਿਦਵਾਨ ਲੈ ਕੇ ਆਇਆ ਜੀ ਮਹਾਰਾਜ ਦੇ ਕੋਲ। ਹਾਂਜੀ। ਜੇਵਰ ਜੇਬ ਜਵਾਹਰ ਜਾਹਰ, ਯੋਂ ਚਮਕੇ ਉੱਡ ਜੈਸੇ ਆਕਾਸ਼ੀ। ਤੇ ਬਾਦਸ਼ਾਹ ਸੀ, ਬਾਦਸ਼ਾਹਾਂ ਦੇ ਕੱਪੜੇ ਬੜੇ ਕੀਮਤੀ ਹੁੰਦੇ ਆ। ਬਾਦਸ਼ਾਹ ਨੇ ਚੋਲਾ ਬੜਾ ਵਧੀਆ ਪਾਇਆ, ਕੀਮਤੀ ਪਾਇਆ। ਉਹਦੇ ਵਜ਼ੀਰਾਂ ਨੇ ਬੜੇ ਜੜੇ ਹੋਏ ਕੀਮਤੀ ਜੜਾਊ ਵਾਲੇ ਕੱਪੜੇ ਪਾਏ ਹੋਏ ਆ। ਹਾਂਜੀ। ਸੂਖਮ ਪੋਸ਼ਿਸ਼ ਪਾਏ, ਸ਼ਰੀਰ ਹੈ ਵੀਰ ਸਧੀਰਜ ਬੁੱਧ ਪ੍ਰਕਾਸ਼ੀ। ਬੜੇ ਬੜੇ ਵਿਦਵਾਨ ਪੁਰਸ਼, ਬੜੀਆਂ ਬੜੀਆਂ ਧੀਰਜ ਬੁੱਧੀਆਂ ਵਾਲੇ ਹਜੂਰ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਕੋਲ ਬਹਾਦਰ ਸ਼ਾਹ ਬਾਦਸ਼ਾਹ ਦੇ ਨਾਲ ਆਏ ਹੈ। ਹਾਂਜੀ। ਹੱਥਨ ਬੰਦ ਕਰੀ ਅਬ ਬੰਧਨ, ਨੌਰੰਗ ਨੰਦਨ ਬੈਠ ਗਇਓ। ਔਰੰਗਜ਼ੇਬ ਦਾ ਪੁੱਤਰ ਬਹਾਦਰ ਸ਼ਾਹ ਆ ਕੇ ਮਹਾਰਾਜ ਦੇ ਦਰਸ਼ਨ ਕਰਦਾ ਹੈ। ਦਰਸ਼ਨ ਕਰਕੇ ਸਤਿਗੁਰੂ ਜੀ ਦੇ ਸਨਮੁਖ ਬੈਠ ਜਾਂਦਾ ਹੈ ਜੀ, ਮੱਥਾ ਟੇਕਦਾ ਹੈ। ਆਪਾਂ ਵੀ ਨਾਲ ਨਾਲ ਨਮਸਕਾਰ ਕਰਿਆ ਕਰੀਏ। ਆਖੋ, ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ। ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ। ਕੈਸਨ ਮਾਨ ਬਖਾਨਤ ਸ੍ਰੀ ਗੁਰ, ਸ਼ਾਹੂ ਕਹੋ ਸ਼ੁਭ ਰਾਜ ਥਇਓ। ਮਹਾਰਾਜ ਸੱਚੇ ਪਾਤਸ਼ਾਹ ਉਹਦੇ ਸਨਮਾਨ ਵਾਸਤੇ, ਗੁਰੂ ਸਾਹਿਬ ਨੂੰ ਮਤਲਬ ਨਹੀਂ ਹੈ ਇਹਨਾਂ ਗੱਲਾਂ ਨਾਲ, ਪਰ ਉਹਦੇ ਸਨਮਾਨ ਵਾਸਤੇ। ਕਿਉਂ? ਗੁਰੂ ਸਾਹਿਬ ਦੇ ਵਿੱਚ ਬਹੁਤ ਵੱਡਾ ਗੁਣ ਸੀ ਸੰਗਤ ਜੀ। ਮਹਾਰਾਜ ਹਰ ਇੱਕ ਦਾ ਮਾਣ ਜ਼ਰੂਰ ਰੱਖਦੇ ਸਨ ਜੀ, ਵੱਡਿਆਂ ਦੀ ਨਿਸ਼ਾਨੀ ਹੁੰਦੀ ਹੈ। ਉਹਦੇ ਮਾਣ ਵਾਸਤੇ ਸੱਚੇ ਪਾਤਸ਼ਾਹ ਗਰੀਬ ਨਵਾਜ ਜੀ ਨੇ ਉਹਨੂੰ ਪੁੱਛਿਆ। ਮਹਾਰਾਜ ਕਹਿੰਦੇ, ਸ਼ਾਹੋ ਕਹੋ ਸ਼ੁਭ ਰਾਜ ਥਇਓ। ਮਹਾਰਾਜ ਕਹਿੰਦੇ, ਦੱਸੋ ਬਹਾਦਰ ਸ਼ਾਹ ਬਾਦਸ਼ਾਹ, ਰਾਜ ਸਾਰੇ ਕਿਤੇ ਫੈਲ ਗਿਆ, ਸਭ ਨੇ ਤੁਹਾਨੂੰ ਬਾਦਸ਼ਾਹ ਮੰਨ ਲਿਆ। ਹਾਂਜੀ। ਸਾਧ ਮਵਾਸ ਲਏ ਸਭ ਕਹਿ ਨਹਿ, ਦਛਿਣ ਆਏ ਸਮਾਨ ਭਇਓ। ਹਰ ਪਾਸੇ ਤੁਹਾਨੂੰ ਮੰਨ ਲਿਆ ਉਹਨਾਂ ਨੇ, ਹਰ ਪਾਸੇ, ਹਰ ਪਾਸੇ ਤੁਹਾਨੂੰ ਮੰਨ ਲਿਆ ਉਹਨਾਂ ਨੇ। ਰਾਜਿਆਂ ਨੇ, ਜਨਤਾ ਨੇ, ਪਬਲਿਕ ਨੇ। ਉਦੋਂ ਕੀ ਕਰ, ਤਲਵਾਰ ਦਾ ਰਾਜ ਹੁੰਦਾ ਸੀਗਾ ਤੇ ਕਈ ਆਕੀ ਹੋ ਜਾਂਦੇ ਸਨ ਜੀ।
ਮਹਾਰਾਜ ਕਹਿੰਦੇ ਕੋਈ ਆਕੀ ਤੇ ਨਹੀਂ ਹੈਗਾ। ਵੇਖ ਲਓ ਮਹਾਰਾਜ ਕੈਸੇ ਸਮੇਂ ਉਹਨੂੰ ਕੈਸੇ ਕੈਸੇ ਬਚਨ ਕਰ ਰਹੇ ਆ ਉਹਦਾ ਮਾਣ ਰੱਖਣ ਲਈ ਜੀ। ਮਹਾਰਾਜ ਕਹਿੰਦੇ ਕੋਈ ਰਹਿਤ ਨਹੀਂ ਗਿਆ ਆਕੀ ਹੁਣ ਵਾਹਿਗੁਰੂ ਤੇਰੇ ਅਧੀਨ ਹੋਣ ਤੋਂ, ਦੱਖਣ ਦੇਸ਼ ਤੇਰੇ ਅਨੁਸਾਰ ਚੱਲ ਰਿਹਾ। ਹਾਂਜੀ। ਕੌਣ ਮਨੋਰਥ ਔਰ ਹਿਰਦੇ ਅਬ ਤੋਰ ਪਿਤਾ ਸਮਝੇਰ ਕਯੋ। ਮਹਾਰਾਜ ਕਹਿਣ ਲੱਗੇ ਹੁਣ ਤੇਰੇ ਹਿਰਦੇ 'ਚ ਕੀ ਮਨੋਰਥ ਹੈ ਉਹ ਵੀ ਸਾਨੂੰ ਦੱਸ ਦੇ। ਤੇਰੇ ਪਿਤਾ ਵਾਂਗੂ ਤੈਨੂੰ ਸਾਰੇ ਮੰਨਣ ਲੱਗ ਪਏ ਕਿ ਨਹੀਂ ਮੰਨਣ ਲੱਗ ਪਏ। ਜੇ ਕੋਈ ਇੱਛਾ ਰਹਿ ਗਈ ਹੈ ਤੇ ਮਹਾਰਾਜ ਕਹਿੰਦੇ ਬਾਦਸ਼ਾਹ ਉਹ ਵੀ ਸਾਨੂੰ ਦੱਸ ਦੇ। ਗੱਜ ਕੇ ਆਖੋ ਵੇਖ ਲੋ ਔਰੰਗਜ਼ੇਬ ਨੇ ਕੀ ਕੀ ਨਹੀਂ ਕੀਤਾ, ਪਰ ਮਹਾਰਾਜ ਉਹਦੇ ਪੁੱਤਰ ਨੂੰ ਪੁੱਛਣ ਦੇ ਵੀ ਕੋਈ ਇੱਛਾ ਰਹਿ ਗਈ ਤੇ ਸਾਨੂੰ ਦੱਸ ਦੇ, ਸਾਨੂੰ ਦੱਸ ਦੇ। ਹਾਂਜੀ। ਸ੍ਰੀ ਗੁਰ ਰਾਵਰ ਕੀ ਕਰੁਣਾ ਮੋਹਿ ਦਾਤ ਦਈ ਪਤ ਸ਼ਾਹਤ ਸਾਰੀ। ਬਾਦਸ਼ਾਹ ਹੱਥ ਜੋੜ ਕੇ ਕਹਿੰਦਾ ਮਹਾਰਾਜਾ ਜਿਹੜੀ ਮੈਨੂੰ ਪਾਤਸ਼ਾਹੀ ਅੱਗੇ ਮਿਲੀ ਤੁਹਾਡੀ ਕਿਰਪਾ ਨਾਲ ਹੀ ਮਿਲੀ ਹੈ, ਨਹੀਂ ਤੇ ਤਾਰਾ ਆਜਮ ਨੇ ਨੇੜੇ ਨਹੀਂ ਲੱਗਣ ਦੇਣਾ ਸੰਗਤ ਜੀ ਇਹਨੂੰ। ਇਹਦੇ ਵੱਡੇ ਭਰਾ ਨੇ ਬਹਾਦਰ ਸ਼ਾਹ ਕਹਿੰਦਾ ਮਹਾਰਾਜ ਇਹ ਪਾਤਸ਼ਾਹੀ ਮੈਨੂੰ ਤੁਹਾਡੇ ਕਰਕੇ ਮਿਲੀ ਹੈ। ਹਾਂਜੀ। ਕੌਣ ਸਕੈ ਅਰ ਮਾਰ ਲੀਏ ਅਰ ਸੈਨ ਫਿਰੈ ਜਿਤ ਹੂੰ ਕਿਤ ਭਾਰੀ। ਮਹਾਰਾਜ ਸੱਚੇ ਪਾਤਸ਼ਾਹ ਕੌਣ ਸਕੈ ਅਰ ਮਾਰ ਲੀਏ ਅਰ, ਕਿਹੜਾ ਹੁਣ ਮੇਰੇ ਸਾਹਮਣੇ ਅੜੇਗਾ ਜਿਹੜਾ ਮੈਨੂੰ ਮਾਰੇਗਾ। ਤੁਹਾਡੀ ਕਿਰਪਾ ਨਾਲ ਇੰਨੀ ਵੱਡੀ ਸੈਨਾ, ਉੱਤੋਂ ਆਪ ਜੀ ਦੀ ਕਿਰਪਾ ਹੋ ਗਈ ਹੈ ਮਹਾਰਾਜ, ਮੇਰਾ ਰਾਜ ਭਾਗ ਵਧੀਆ ਕਾਇਮ ਹੋ ਗਿਆ ਹੈ। ਹਾਂਜੀ। ਦਛਿਨ ਦੇਸ਼ ਅਸ਼ੇਸ਼ ਲਿਓ ਬਸ ਹਾਂ ਦਿਨ ਕੇਤਕ ਔਰ ਅਗਾਰੀ। ਮਹਾਰਾਜ ਸੱਚੇ ਪਾਤਸ਼ਾਹ ਕੁਝ ਦਿਨ ਮੈਂ ਦੱਖਣ ਵਿੱਚ ਰਹਿ ਕੇ ਤੁਰਨਾ ਫਿਰਨਾ ਚਾਹੁੰਦਾ ਤੇ ਫਿਰ ਇੱਥੋਂ ਚਲੇ ਜਾਣਾ ਮਹਾਰਾਜ। ਹਾਂਜੀ। ਫਿਰ ਚਲੋ ਦਿੱਲੀਪੁਰ ਕੋ ਤਹ ਬੈਠ ਸਬੈ ਸੁਧ ਲੈ ਹਾਂ ਸੰਭਾਰੀ। ਬਾਦਸ਼ਾਹ ਦੇ ਜਿਹੜੇ ਮੁੱਖ ਕੰਮ ਸੀ ਉਹ ਤੇ ਦਿੱਲੀ ਤੋਂ ਹੀ ਚੱਲਦੇ ਹੁੰਦੇ ਸੀ। ਔਰੰਗਜ਼ੇਬ ਬਾਦਸ਼ਾਹ ਵੀ ਦਿੱਲੀ ਰਹਿੰਦਾ ਹੁੰਦਾ ਸੀਗਾ। ਬਾਅਦ ਚੋਂ ਸ਼ਹੀਦਾਂ ਸਿੰਘਾਂ ਨੇ ਸਾਉਣ ਨਹੀਂ ਦਿੱਤਾ ਤੇ ਦੱਖਣ ਵਾਲੇ ਪਾਸੇ ਆ ਗਿਆ ਸੀ। ਕਹਿੰਦਾ ਮਹਾਰਾਜ ਮੈਂ ਦਿੱਲੀ ਵਿੱਚ ਜਾ ਕੇ ਰਵਾਂਗਾ ਸੱਚੇ ਪਾਤਸ਼ਾਹ। ਹਾਂਜੀ। ਹੈਦਰਾਬਾਦ ਕੋ ਜਾਓ ਅਬੈ ਹਿਤ ਹੋਨ ਬਿਦਾ ਤੁਮ ਤੀਰ ਆਇਓ। ਤੇ ਮਹਾਰਾਜ ਦਿੱਲੀ ਤੋਂ ਪਹਿਲਾਂ ਮੈਂ ਹੈਦਰਾਬਾਦ ਰੁਕਣਾ ਹੈ, ਹੈਦਰਾਬਾਦ ਦਾ ਰਾਜ ਪ੍ਰਬੰਧ ਵੇਖਣਾ, ਫਿਰ ਦਿੱਲੀ ਜਾਵਾਂਗਾ। ਦਿੱਲੀ ਤੋਂ ਬਾਅਦ ਇਹਨੇ ਪੰਜਾਬ ਆਉਣ ਦਾ ਫੁਰਨਾ ਬਣਾਇਆ ਸੀਗਾ ਜੀ। ਫੁਰਨੇ ਸਨ ਇਹਦੇ ਸਾਰੇ, ਜਿਵੇਂ ਆਪਾਂ ਕੋਈ ਪਲਾਨ ਕਰ ਲੈਂਦੇ ਹਾਂ। ਮਹਾਰਾਜ ਹੁਣ ਪਹਿਲਾਂ ਮੈਂ ਹੈਦਰਾਬਾਦ ਜਾਣਾ ਤੇ ਤੁਹਾਡੇ ਕੋਲੋਂ ਵਿਦਾ ਲੈਣ ਵਾਸਤੇ ਆਇਆ ਮਹਾਰਾਜ। ਪਤਾ ਨਹੀਂ ਛੇਤੀ ਮੁੜ ਵਾਪਸ ਆਇਆ ਜਾਣਾ ਕਿ ਨਹੀਂ ਆਇਆ ਜਾਣਾ। ਆਪ ਜੀ ਦੇ ਕੋਲੋਂ ਵਿਦਾ ਲੈਣ ਵਾਸਤੇ, ਵਿਦਾਇਗੀ ਲੈਣ ਵਾਸਤੇ ਆਇਆ। ਹਾਂਜੀ। ਕੁਛ ਕਰੋ ਪੁਨ ਦੇਸ਼ ਪੰਜਾਬ ਕੋ ਕਾਰਜ ਸਾਰੋ ਸੁਧਾਰ ਲਿਓ। ਇੱਥੋਂ ਮੈਂ ਹੈਦਰਾਬਾਦ ਜਾਣਾ, ਹੈਦਰਾਬਾਦ ਤੋਂ ਮੈਂ ਦਿੱਲੀ ਜਾਣਾ, ਦਿੱਲੀ ਤੋਂ ਮਹਾਰਾਜ ਮੈਂ ਪੰਜਾਬ ਜਾਣਾ। ਹਾਂਜੀ। ਸ੍ਰੀ ਪ੍ਰਭ ਬੂਝਤ ਹਉ ਮਤ ਹਿੰਦ ਕੋ ਰਾਕਾਚੋ ਆਹੈ ਇਹ ਕੈਸੋ ਕੀਓ। ਗੱਜ ਕੇ ਆਖੋ ਵਾਹਿਗੁਰੂ। ਬਾਕੀ ਸਾਰੇ ਕਾਰਜ ਸੁਧਾਰ ਲਏ ਹੈ। ਮਹਾਰਾਜ ਸੱਚੇ ਪਾਤਸ਼ਾਹ ਬੈਠੇ ਤੇ ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਬੈਠੇ ਹੈ, ਬਾਦਸ਼ਾਹ ਬੈਠਾ ਹੈ ਤੇ ਬਾਦਸ਼ਾਹ ਦੇ ਜਿਹੜੇ ਨਾਲ ਆਏ ਨਾ ਵਿਦਵਾਨ ਮੁਸਲਮਾਨ, ਉਹ ਬਾਦਸ਼ਾਹ ਨੂੰ ਥੋੜ੍ਹਾ ਥੋੜ੍ਹਾ ਕਹਿੰਦੇ ਆ ਵੀ ਗੱਲਬਾਤ ਕਰ ਮਹਾਰਾਜ ਨਾਲ। ਉਹ ਜਿਹੜੇ ਵਿਦਵਾਨ ਸਨ ਉਹ ਗੁਰੂ ਸਾਹਿਬ ਦੇ ਮੁਖੋਂ ਹਿੰਦੂ ਧਰਮ ਦੇ ਬੰਦਿਆਂ ਨੂੰ ਮਾੜਾ ਖਵਾਉਣਾ ਚਾਹੁੰਦੇ ਸਨ ਜੀ। ਇਹ ਬੜੀ ਹੋੜ ਹੁੰਦੀ ਹੈ। ਸਾਡੇ ਬੰਦੇ ਹਿੰਦੂ ਧਰਮ ਦੀ ਨਿੰਦਾ ਕਰੀ ਜਾਣ, ਹਿੰਦੂ ਧਰਮ ਵਾਲੇ ਸਾਡੀ ਕਰੀ ਜਾਣ, ਜਾਂ ਮੁਸਲਮਾਨਾਂ ਦੀ ਕਰੀ ਜਾਣ, ਕੋਈ ਈਸਾਈਆਂ ਦੀ ਕਰੀ ਜਾਵੇ। ਭਗਤੀ ਕਰਨ ਵਾਲਿਆਂ ਦੀ ਇੱਛਾ ਨਹੀਂ ਹੁੰਦੀ ਪਿਆਰਿਓ। ਭਗਤੀ ਕਰਨ ਵਾਲੇ ਸਭ ਦਾ ਹੀ ਸਤਿਕਾਰ ਕਰਦੇ ਆ। ਜਿਹੜੇ ਕੁਝ ਕਥੱਕੜ ਹੁੰਦੇ ਆ ਨਾ ਜੀ, ਇਹਨਾਂ ਦੀ ਇੱਛਾ ਹੁੰਦੀ ਵੀ ਨਿੰਦਾ ਕਿਵੇਂ ਕੀਤੀ ਜਾਵੇ ਜੀ, ਦੂਜੇ ਦੀ ਨਿੰਦਾ ਕਿਵੇਂ ਕੀਤੀ ਜਾਵੇ, ਦੂਜੇ ਨੂੰ ਨੀਵਾਂ ਕਿਵੇਂ ਵਿਖਾਇਆ ਜਾਵੇ। ਭਗਤੀ ਕਰਨ ਵਾਲੇ ਇਸ ਤਰ੍ਹਾਂ ਨਹੀਂ ਕਰਦੇ ਜੀ। ਤੇ ਮਹਾਰਾਜ ਸੱਚੇ ਪਾਤਸ਼ਾਹ ਗਰੀਬ ਨਵਾਜ ਜੀ ਨੂੰ ਬਾਦਸ਼ਾਹ ਪੁੱਛਦਾ ਹੈ। ਬਾਦਸ਼ਾਹ ਨੇ ਆਪ ਨਹੀਂ ਪੁੱਛਣਾ, ਉਹਦੇ ਜਿਹੜੇ ਨਾਲ ਚੇਲੇ ਆਏ ਵਿਦਵਾਨ, ਉਹ ਬਾਦਸ਼ਾਹ ਨੂੰ ਪ੍ਰੇਰਦੇ ਵੀ ਗੁਰੂ ਸਾਹਿਬ ਦੇ ਮੁਖੋਂ ਕਵਾ। ਇੰਨੇ ਵੱਡੇ ਨੇ ਗੁਰੂ ਸਾਹਿਬ ਦੇ ਮੁਖੋਂ ਕਹਾ ਕਿਸੇ ਤਰੀਕੇ ਦੇ ਨਾਲ। ਹਾਂਜੀ।
पाथर को कर मूरत को कर चित्र के धो लिख पीत दियो। ਗੱਜ ਕੇ ਆਖੋ ਵਾਹਿਗੁਰੂ। ਗੁਰੂ ਸਾਹਿਬ ਦੇ ਮੁਖੋਂ ਹਿੰਦੂ ਵੀਰਾਂ ਨੂੰ ਮਾੜਾ ਕਹਾਉਣ ਵਾਸਤੇ ਉਹ ਲੋਕ ਬਾਦਸ਼ਾਹ ਨੂੰ ਪ੍ਰੇਰਦੇ, ਤੇ ਬਾਦਸ਼ਾਹ ਵੇਖੋ ਮਹਾਰਾਜ ਨਾਲ ਬਚਨ ਕਰ ਰਿਹਾ, ਕਹਿੰਦਾ ਮਹਾਰਾਜ ਆ ਹਿੰਦੂ ਧਰਮ ਵਾਲੇ ਤੇ ਬੜੀ ਕੱਚੀ ਮੱਤ ਦੇ ਆ। ਮਹਾਰਾਜ ਸੱਚੇ ਪਾਤਸ਼ਾਹ ਪੱਥਰ ਨੂੰ ਘੜ ਕੇ ਉਹਦੀ ਮੂਰਤੀ ਬਣਾ ਕੇ ਅੱਗੇ ਬੈਠੇ ਰਹਿੰਦੇ ਆ। ਹਾਂਜੀ। पूजत है ते शीस निवावत भोजन को धर देत अगारी। ਫਿਰ ਉਹਦੀ ਪੂਜਾ ਕਰਦੇ ਆ, ਉਹਨੂੰ ਮਹਾਰਾਜ ਸਿਰ ਨਵਾਉਂਦੇ ਆ, ਉਹਦੇ ਅੱਗੇ ਸੱਚੇ ਪਾਤਸ਼ਾਹ ਗਰੀਬ ਨਵਾਜ ਥਾਲੀ ਰੱਖਦੇ ਆ ਭੋਜਨ ਦੀ। ਹਾਂਜੀ। कारज कौन भयो तिस ते जो आप रची बहु भांत सुधारी। ਸੱਚੇ ਪਾਤਸ਼ਾਹ ਗਰੀਬ ਨਵਾਜ ਉਹਦੇ ਨਾਲ ਕੀ ਸੌਰਦਾ ਹੋਏਗਾ ਉਹਨਾਂ ਦਾ, ਉਹਨੇ ਦਾ ਕੀ ਸੌਰਦਾ ਹੋਏਗਾ, ਉਹ ਕਿਵੇਂ ਪੱਥਰਾਂ ਨੂੰ ਮੰਨਦੇ ਆ। ਉਹ ਲਾਗੇ ਜਿਹੜੇ ਲੋਕ ਆ ਉਹ ਕਹਿੰਦੇ ਵੀ ਅਖਵਾ ਮਾੜਾ, ਅਖਵਾ ਮਾੜਾ, ਗੁਰੂ ਸਾਹਿਬ ਮਾੜਾ ਆਖਣ ਇਹਨਾਂ ਨੂੰ, ਤੇ ਮਹਾਰਾਜ ਉਹਦੇ ਨਾਲ ਕੀ ਸੌਰਦਾ ਹੋਏਗਾ ਉਹਨਾਂ ਦਾ। ਹਾਂਜੀ। सिंचत हाथन ते छित पै किम जाए बडेरन पै चल बारी। ਤੇ ਮਹਾਰਾਜ ਇੰਜ ਕਰਕੇ ਪਾਣੀ ਪਾਉਂਦੇ ਆ ਵੀ ਵੱਡਿਆਂ ਵਡੇਰਿਆਂ ਨੂੰ ਪਾਣੀ ਪਾ ਰਹੇ ਆ, ਸੂਰਜ ਨੂੰ ਪਾਣੀ ਪਾ ਰਹੇ ਆ। ਉਹ ਕਿਵੇਂ ਪਾਣੀ ਜਾਂਦਾ ਹੋਏਗਾ ਸੱਚੇ ਪਾਤਸ਼ਾਹ। ਬਾਦਸ਼ਾਹ ਇਹ ਗੱਲਾਂ ਕਰਦਾ ਤੇ ਉਹ ਲੋਕ ਜਿਹੜੇ ਸ਼ਰਾਰਤੀ ਉਹ ਖੁਸ਼ ਹੁੰਦੇ ਆ ਜੀ। ਹਾਂਜੀ। श्राद्ध करै पितरान के हित अचावत है दिज पुंज आहारी। ਮਹਾਰਾਜ ਆਹਾਰ ਕਰਾਉਂਦੇ, ਭੋਜਨ ਕਰਾਉਂਦੇ ਪਿਤਰਾਂ ਦੇ ਸੰਬੰਧ ਚ, ਤੇ ਕਹਿੰਦੇ ਅਸੀਂ ਸਰਾਧ ਕਰਾ ਰਹੇ ਆ, ਤੇ ਜਿਹੜਾ ਇਹ ਪ੍ਰਸ਼ਾਦਾ ਛਕਣਗੇ ਸਾਡੇ ਪਿਤਰਾਂ ਕੋ ਜਾਏਗਾ। ਮਹਾਰਾਜ ਉਹ ਪਿਤਰਾਂ ਕੋ ਕਿਵੇਂ ਪ੍ਰਸ਼ਾਦਾ ਜਾਏਗਾ। ਹਾਂਜੀ। तीसरे और सुनो गुर साहिब ਹਿੰਦੁਨ ਕੋ ਮਤ ਹੈ ਇੰਜਿਮ ਕਾਚਾ। ਇੱਕ ਹੋਰ ਗੱਲ ਤੀਸਰੀ ਸੁਣੋ ਸੱਚੇ ਪਾਤਸ਼ਾਹ, ਜਿਹੜੀ ਇਹਨਾਂ ਵਿੱਚ ਕੱਚੀ ਗੱਲ ਹੈ। ਹਾਂਜੀ। ਮੇਵਾ ਅਮੇਜ ਕੈ ਖੰਡ ਓ ਘੀਓ ਮੈਂ ਜੋ ਤਿਲ ਡਾਲਤ ਏਕ ਜਿਉ ਰਾਚਾ। ਤੇ ਖੰਡ ਘਿਓ ਮਿਲਾ ਕੇ ਵਿੱਚ ਮੇਵੇ ਪਾ ਕੇ ਸਮੱਗਰੀ ਪਾ ਕੇ ਮਹਾਰਾਜ ਇੱਕ ਮਿਸ਼ਰਣ ਤਿਆਰ ਕਰਦੇ ਆ। ਹਾਂਜੀ। ਆਗ ਮੈਂ ਪਾਏ ਕੈ ਸਵਾਹ ਕਰੈ ਤਿਹ ਲੈ ਫਲ ਫੇਰ ਮੁਨੀਨ ਉਬਾਚਾ। ਤੇ ਜਦੋਂ ਜੱਗ ਕਰਦੇ ਆ ਤੇ ਉਹ ਵਿੱਚ ਪਾ ਦਿੰਦੇ ਤੇ ਸਵਾਹਾ ਕਹਿੰਦੇ ਆ, ਤੇ ਮਹਾਰਾਜ ਰਿਸ਼ੀ ਮੁਨੀ ਕਹਿੰਦੇ ਉਹਨਾਂ ਦਾ ਫਲ ਬੜਾ ਹੈ। ਉਹ ਮਹਾਰਾਜ ਉਹ ਸਮੱਗਰੀ ਜਦੋਂ ਤਿਆਰ ਕਰਦੇ ਆ ਨਾ ਜੀ, ਸਮੱਗਰੀ ਹੁੰਦੀ ਘਿਓ ਵਿੱਚ ਪਾਈ ਜਾਂਦਾ, ਖੰਡ ਪਾਈ ਜਾਂਦੀ ਹੈ, ਫਿਰ ਮੇਵੇ ਪਾਉਂਦੇ ਆ, ਫਿਰ ਉਹਨੂੰ ਅਗਨੀ 'ਚ ਪਾਉਂਦੇ ਆ। ਮਹਾਰਾਜ ਇਹ ਦੱਸੋ ਇਸ ਕੰਮ ਨਾਲ ਇਹਨਾਂ ਨੂੰ ਕੀ ਮਿਲਦਾ ਹੋਏਗਾ। ਇਹਨਾਂ ਦੇ ਮੁਨੀ ਕਹਿੰਦੇ ਬੜਾ ਫਲ ਮਿਲਦਾ। ਕਿਹੜਾ ਫਲ ਮਿਲਦਾ ਹੋਏਗਾ। ਹਾਂਜੀ। ਕੌਤਕ ਹੋਵਤ ਹੈ ਹਮਰੇ ਔਰ ਕੂਰ ਹੀ ਕੋ ਇਹ ਮਾਨਤ ਸਾਚਾ। ਤੇ ਮਹਾਰਾਜ ਮੇਰੇ ਮਨ ਵਿੱਚ ਤੇ ਇਹ ਹੈ, ਕਿਉਂਕਿ ਮੈਂ ਬਾਦਸ਼ਾਹ, ਇੱਥੇ ਹਿੰਦੂ ਲੋਕ ਵੀ ਨੇ, ਮੇਰੇ ਮਨ ਵਿੱਚ ਇਹ ਹੈ ਵੀ ਇਹ ਸਾਰੇ ਲੋਕ ਝੂਠੇ ਨੇ। ਗੱਜ ਕੇ ਆਖੋ ਵਾਹਿਗੁਰੂ। ਇਹਦਾ ਪਿਓ ਵੀ ਇਸੇ ਤਰ੍ਹਾਂ ਦਾ ਹੀ ਸੀਗਾ, ਪਿਓ ਵੀ ਇਹੋ ਜਿਹਾ ਸੀ, ਕਹਿੰਦਾ ਸੀ ਸਭ ਝੂਠੇ ਆ ਤੇ ਇਹਨਾਂ ਨੂੰ ਬਸ ਖਤਮ ਕਰ ਦੇਣਾ, ਇਹਨਾਂ ਨੂੰ ਮਾਰ ਦੇਣਾ, ਸਭ ਨੂੰ ਮੁਸਲਮਾਨ ਬਣਾ ਦੇਣਾ। ਜਿਹੜੇ ਬੰਦੇ ਪਿਓ ਕੋ ਰਹਿੰਦੇ ਸੀਗੇ ਉਹ ਬੰਦੇ ਇਹਦੇ ਕੋ ਰਹਿੰਦੇ ਆ ਜੀ। ਇਹ ਗੱਲਾਂ ਗੁਰੂ ਤੇਗ ਬਹਾਦਰ ਸਾਹਿਬ ਦੇ ਮੁਖੋਂ ਕਹਾਉਣਾ ਚਾਹੁੰਦੇ ਸੀ, ਹੁਣ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਮੁਖੋਂ ਕਹਾ ਰਹੇ ਆ। ਇਸ ਤਰੀਕੇ ਨਾਲ ਬਾਦਸ਼ਾਹ ਨੇ ਬੰਦਿਆਂ ਦੇ ਕਹਿਣ ਤੇ ਹਿੰਦੂ ਧਰਮ ਦੀ ਨਿੰਦਾ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਸਨਮੁਖ ਕੀਤੀ ਜੀ। ਹਾਂਜੀ। ਸ੍ਰੀ ਗੁਰ ਉਤਰ ਦੇਤ ਭਏ ਮਤ ਹਿੰਦੁਨ ਕੇ ਸਭ ਕਰਮ ਕਮਾਵੇ। ਗੱਜ ਕੇ ਆਖੋ ਸਤਨਾਮ ਵਾਹਿਗੁਰੂ। ਮਹਾਰਾਜ ਨੇ ਦੋਵਾਂ ਦੇ ਪੱਖ ਰੱਖਣੇ ਅੱਗੇ ਜੀ। ਮਹਾਰਾਜ ਸੱਚੇ ਪਾਤਸ਼ਾਹ ਗਰੀਬ ਨਵਾਜ ਕਹਿਣ ਲੱਗੇ ਹਿੰਦੂਆਂ ਦੇ ਸਾਰੇ ਮਤ ਕਰਮ ਜਿਹੜੇ ਉਹ ਕਮਾਉਂਦੇ ਆ। ਹਾਂਜੀ। ਖੇਤ ਕੀ ਸੇਵ ਕਿਸਾਨ ਕਰੈ ਬਹੁ ਅੰਨ ਪਕੈ ਸੁਖ ਸੋ ਘਰ ਖਾਵੇ। ਮਹਾਰਾਜ ਕਹਿੰਦੇ ਉਹ ਕਿਸ ਤਰ੍ਹਾਂ ਦਾ ਕੰਮ ਹੈ। ਕੋਈ ਕਿਸਾਨ ਬੰਦਾ ਖੇਤ ਦੀ ਸੇਵਾ ਕਰਦਾ ਜੀ। ਖੇਤ ਵਿੱਚੋਂ ਅਨਾਜ ਲੈਣ ਵਾਸਤੇ ਪਿਆਰਿਓ ਖੇਤ ਦੀ ਸੇਵਾ ਕਰਨੀ ਪੈਂਦੀ ਹੈ। ਜੇ ਬੰਦਾ ਖੇਤ ਦੀ ਸੇਵਾ ਨਹੀਂ ਕਰਦਾ ਖੇਤ ਵਿੱਚੋਂ ਅਨਾਜ ਕਦੀ ਨਹੀਂ ਪ੍ਰਾਪਤ ਕਰ ਸਕਦਾ ਜੀ। ਅੰਨ ਕਿੱਥੋਂ ਪ੍ਰਾਪਤ ਕਰੇਗਾ ਜੀ ਉਹ। ਮਹਾਰਾਜ ਕਹਿੰਦੇ ਉਹ ਇਸ ਤਰ੍ਹਾਂ ਦੇ ਕਰਮ ਨੇ ਜਿਵੇਂ ਇੱਕ ਕਿਸਾਨ ਖੇਤ ਦੀ ਸੇਵਾ ਕਰਦਾ ਤੇ ਖੇਤ ਅੰਨ ਦਿੰਦਾ ਜੀ ਉਹਨੂੰ ਜੀ। ਹਾਂਜੀ। ਧੇਨ ਕੀ ਸੇਵ ਕਰੈ ਹਿਤ ਸੋ ਦਿਨ ਕੇਤਕ ਮੈਂ ਪੈ ਸਵਾਦਲ ਪਾਵੇ। ਫਿਰ ਗਾਂ ਦੀ ਪੂਜਾ ਕਰਦੇ ਨੇ।
ਮਹਾਰਾਜ ਕਹਿੰਦੇ ਕਿਉਂ? ਉਹਦੇ ਕੋਲ ਦੁੱਧ ਪ੍ਰਾਪਤ ਕਰਦੇ ਹਨ। ਮਹਾਰਾਜ ਕਹਿੰਦੇ ਹਾਂਜੀ। ਭੂਪਤ ਸੇਵਤ ਲੈ ਧਨ ਕੋ ਬਹੁ, ਸੇਵਨ ਤੇ ਸਭ ਹੂੰ ਬਨ ਆਵੈ। ਜਿਵੇਂ ਗਾਂ ਦੀ ਸੇਵਾ ਕੀਤਿਆਂ ਦੁੱਧ ਮਿਲਦਾ ਹੈ, ਫਿਰ ਉਵੇਂ ਰਾਜੇ ਦੀ ਸੇਵਾ ਕੀਤੀ ਜਾਂਦੀ ਹੈ। ਰਾਜੇ ਦੀ ਸੇਵਾ ਕੀਤਿਆਂ ਮਾਇਆ ਮਿਲਦੀ ਹੈ, ਮਾਣ ਅਹੁਦਾ ਮਿਲਦਾ। ਧਰਤੀ ਦੀ ਸੇਵਾ ਕੀਤਿਆਂ ਅੰਨ ਮਿਲਦਾ ਪਿਆਰਿਓ। ਗਾਂ ਦੀ ਸੇਵਾ ਕੀਤਿਆਂ ਕੀ ਮਿਲਦਾ? ਦੁੱਧ ਮਿਲਦਾ ਹੈ। ਰਾਜੇ ਦੀ ਸੇਵਾ ਕੀਤਿਆਂ ਮਾਣ ਮਿਲਦਾ ਹੈ, ਪਦਾਰਥ ਮਿਲਦਾ ਹੈ। ਹਾਂਜੀ। ਇਸ਼ਟ ਅਰੂਪ ਕੈ ਮੂਰਤ ਮਹਿ, ਔਰ ਧਿਆਨ ਧਰੈ ਮਨ ਪ੍ਰੇਮ ਲਗਾਵੈ। ਮਹਾਰਾਜ ਕਹਿੰਦੇ ਉਹਨਾਂ ਦੀ ਵੀ ਤੇ ਬੰਦਾ ਕਰਦਾ ਹੀ ਹੈ। ਉਂਝ ਮਹਾਰਾਜ ਨੇ ਸਾਰਾ ਕੁਝ ਅੱਗੇ ਜਾ ਕੇ ਦੱਸ ਦੇਣਾ, ਗੱਲ ਖੋਲ ਦੇਣੀ ਹੈ। ਤੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਇਹ ਕੀ ਕਰਦੇ ਹਨ? ਆਪਣੇ ਇਸ਼ਟ ਦੀ ਮੂਰਤੀ ਰੱਖਦੇ ਆ, ਉਹਦੀ ਮੂਰਤ ਹਿਰਦੇ ਵਿੱਚ ਵੀ ਵਸਾਉਂਦੇ ਆ, ਪ੍ਰੇਮ ਲਗਾਉਂਦੇ ਆ, ਹਿਰਦੇ 'ਚ ਪ੍ਰੇਮ ਧਾਰਦੇ ਆ, ਧਿਆਨ ਲਾਉਂਦੇ ਆ ਉਹਦੇ ਨਾਲ। ਹਾਂਜੀ। ਪਾਵਤ ਹੈ ਧਰ ਕਾਮਨ ਕੋ, ਚਿਤ ਕੋ ਨਿਸ਼ਚਾਨ ਹੈ ਕਿਉ ਸਫਲ ਆਵੈ। ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ ਗੱਲ ਇੰਨੀ ਕੁ ਹੈ, ਜਿਵੇਂ ਧਰਤੀ ਦੀ ਸੇਵਾ ਕੀਤਿਆਂ ਅੰਨ ਮਿਲ ਜਾਂਦਾ ਹੈ, ਗਾਂ ਦੀ ਸੇਵਾ ਕਰਨੀ ਪੈਂਦੀ ਹੈ। ਇਹੋ ਜਿਹੀ ਗੱਲ ਨਹੀਂ ਹੈ। ਜਿਨ੍ਹਾਂ ਗਾਵਾਂ ਰੱਖੀਆਂ ਉਹਨਾਂ ਨੂੰ ਨਵਾਉਣਾ ਵੀ ਪੈਂਦਾ, ਸਾਰਾ ਉਹਨਾਂ ਦੀ ਖਾਦ ਸਾਰਾ ਕੁਝ ਉਹਨਾਂ ਨੂੰ ਦੇਣਾ ਪੈਂਦਾ। ਗਾਂ ਦੀ ਸੇਵਾ ਕੀਤਿਆਂ ਦੁੱਧ ਮਿਲਦਾ। ਰਾਜੇ ਦੀ ਪ੍ਰਸ਼ੰਸਾ ਕੀਤਿਆਂ, ਉਹਦੀ ਸੇਵਾ ਕੀਤਿਆਂ ਪਿਆਰਿਓ ਧਨ ਪਦਾਰਥ ਮਿਲਦਾ। ਤੇ ਦਾਸ ਆਪਣੇ ਵੱਲੋਂ ਚਲੋ ਵਿੱਚੋਂ ਬੇਨਤੀ ਕਰ ਦਿੰਦਾ ਹੈ, ਇਸੇ ਤਰ੍ਹਾਂ ਰੱਬ ਦੀ ਸੇਵਾ ਕੀਤਿਆਂ ਸਭ ਕੁਝ ਹੀ ਮਿਲਦਾ ਹੈ। ਮਹਾਰਾਜ ਕਹਿੰਦੇ ਜੇ ਗਾਂ ਦੀ ਸੇਵਾ ਕੀਤਿਆਂ ਦੁੱਧ ਮਿਲ ਜਾਂਦਾ, ਜੇ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਖੇਤ ਦੀ ਸੇਵਾ ਕੀਤਿਆਂ ਅੰਨ ਮਿਲ ਜਾਂਦਾ, ਉਵੇਂ ਇੱਕ ਬੰਦਾ ਕਿਸਾਨ ਖੇਤ ਤੱਕ ਸੀਮਤ ਹੈ, ਦੁੱਧ ਵਾਲਾ ਬੰਦਾ ਗਾਂ ਤੱਕ ਸੀਮਤ ਹੈ। ਮਹਾਰਾਜ ਕਹਿੰਦੇ ਉਹਨਾਂ ਨੂੰ ਸੁੱਖ ਸਹੂਲਤਾਂ ਚਾਹੀਦੀਆਂ। ਉਹ ਇਸ਼ਟ ਨੂੰ ਮੰਨਦੇ ਆ, ਇਸ਼ਟ ਦੀ ਪੂਜਾ ਕਰਦੇ ਆ, ਇਸ਼ਟ ਉਹਨਾਂ ਨੂੰ ਸੁੱਖ ਸਹੂਲਤਾਂ ਦੇ ਦਿੰਦਾ ਹੈ। ਇਸ਼ਟ ਨੇ ਸੁੱਖ ਸਹੂਲਤਾਂ ਦੇ ਦੇਣੀਆਂ। ਹਾਂਜੀ। ਆਸਤ ਨਾਸਤ ਦੋਏ ਰਚੇ, ਨਰ ਸ੍ਰੀ ਪਰਮੇਸ਼ਰ ਕੋ ਚਿਤ ਭਾਵੈ। ਮਹਾਰਾਜ ਕਹਿੰਦੇ ਉਹ ਇਸ਼ਟ ਦੀ ਪੂਜਾ ਕਰਦੇ ਆ, ਉਹਨਾਂ ਨੂੰ ਸੁੱਖ ਸਹੂਲਤਾਂ ਮਿਲ ਜਾਂਦੀਆਂ। ਉਹ ਸਿਰਫ ਸੁੱਖ ਸਹੂਲਤਾਂ ਤੱਕ ਕੰਮ ਹੈ। ਗੱਜ ਕੇ ਆਖੋ ਵਾਹਿਗੁਰੂ। ਆਪਾਂ ਵੀ ਵੇਖ ਲਈਏ, ਸਾਧ ਸੰਗਤ ਨਾਲ ਹੀ ਮੈਂ ਬੇਨਤੀ ਇੱਧਰ ਆਪਣੇ ਪਾਸੇ ਕਰ ਲਵਾਂ, ਇੱਥੇ ਸੁੱਖ ਸਹੂਲਤਾਂ ਤੱਕ ਜੁੜੇ। ਪਰ ਜੇ ਕੋਈ ਬਹੁਤਾ ਅੱਗੇ ਹੋਵੇ, ਉਹ ਇਸ਼ਟ ਤੋਂ ਵੀ ਅੱਗੇ ਲੰਘ ਜਾਂਦਾ, ਸਿੱਧੀ ਪਰਮੇਸ਼ਰ ਦੀ ਸੰਗਤ ਕਰਨ ਲੱਗ ਪੈਂਦਾ ਹੈ। ਪਰਮੇਸ਼ਰ ਦੀ ਸੰਗਤ ਕਰਨ ਲੱਗ ਪੈਂਦਾ। ਤੇ ਕਈ ਵਾਰੀ ਇਸ਼ਟ ਵੀ ਪਰਮੇਸ਼ਰ ਤੱਕ ਜਾਣ ਵਾਸਤੇ ਰੁਕਾਵਟ ਬਣ ਜਾਂਦੇ ਹੈ। ਹੁਣ ਮਾਫ ਕਰਿਓ, ਬੇਨਤੀ ਕਰਨ ਲੱਗਾ, ਹਿੰਦੂ ਧਰਮ ਦੇ ਵੀਰ ਸ਼੍ਰੀ ਕ੍ਰਿਸ਼ਨ ਜੀ, ਸ਼੍ਰੀ ਰਾਮ ਜੀ, ਸ਼ੰਕਰ ਜੀ ਜਾਂ ਫਿਰ ਵਿਸ਼ਨੂੰ ਜੀ, ਉਹ ਇੱਥੋਂ ਤੱਕ ਸੀਮਤ ਹਨ। ਸਿੱਖਾਂ ਨੇ ਵੀ ਗੁਰੂ ਨਾਨਕ ਸਾਹਿਬ ਤੱਕ ਸੀਮਤ ਹੋ ਜਾਣਾ ਸੀ, ਪਰ ਗੁਰੂ ਨਾਨਕ ਸਾਹਿਬ ਮਹਾਰਾਜ ਕਹਿੰਦੇ ਏਕੋ ਹੈ ਭਾਈ, ਏਕੋ ਹੈ ਸਾਹਿਬ ਮੇਰਾ, ਏਕੋ ਹੈ। ਮਹਾਰਾਜ ਕਹਿੰਦੇ ਇੱਕ ਓੰਕਾਰ। ਅੱਗੇ ਦੀ ਗੱਲ ਮਹਾਰਾਜ ਨੇ ਦੱਸੀ, ਆਖਿਆ ਭਾਈ ਸਾਨੂੰ ਨਹੀਂ ਮੰਨਣਾ, ਜੇ ਮੰਨਣਾ ਹੈ ਤਾਂ ਉਸ ਪਰਮੇਸ਼ਰ ਨੂੰ ਮੰਨਣਾ ਹੈ। ਇਹ ਗੱਲ ਵੱਖਰੀ, ਅਸੀਂ ਮਹਾਰਾਜ ਦਾ ਸਤਿਕਾਰ ਕਰਨਾ ਹੈ, ਗੁਰੂ ਪਰਮੇਸ਼ਰ ਰੂਪ ਹਨ। ਪਰ ਗੁਰੂ ਨਾਨਕ ਸਾਹਿਬ ਨੇ ਕਿਤੇ ਨਹੀਂ ਕਿਹਾ ਇਤਿਹਾਸ ਵਿੱਚ ਤੁਸੀਂ ਮੈਨੂੰ ਮੰਨਿਓ, ਮੇਰੀ ਪੂਜਾ ਕਰਿਓ, ਮੇਰੇ ਅੱਗੇ ਅਰਦਾਸ ਕਰਿਓ। ਇਤਿਹਾਸ ਪੜ੍ਹ ਕੇ ਵੇਖ ਲਓ। ਰਾਏ ਬੁਲਾਰ ਕਹਿੰਦਾ ਮਹਾਰਾਜ ਮੈਂ ਤੁਹਾਡੇ ਤੋਂ ਬਗੈਰ ਜੀ ਨਹੀਂ ਸਕਦਾ। ਗੁਰੂ ਨਾਨਕ ਸਾਹਿਬ ਕਹਿੰਦੇ ਰਾਏ ਜਦੋਂ ਬਹੁਤ ਜ਼ਿਆਦਾ ਪ੍ਰੇਮ ਆਵੇ ਖੁਦਾ ਅੱਗੇ ਅਰਦਾਸ ਕਰੀ। ਕਹਿੰਦੇ ਉਹ ਮੁਸਲਮਾਨ ਸੀ। ਮਹਾਰਾਜ ਕਹਿੰਦੇ ਖੁਦਾ ਅੱਗੇ ਅਰਦਾਸ ਕਰੀ, ਖੁਦਾ ਸਾਨੂੰ ਤੇਰੇ ਕੋਲ ਭੇਜੇਗਾ। ਮਹਾਰਾਜ ਨੇ ਕਿਤੇ ਨਹੀਂ ਆਖਿਆ ਤੂੰ ਮੈਨੂੰ ਯਾਦ ਕਰਨਾ ਹੈ। ਕੋਈ ਕਹਿੰਦਾ ਸੀ ਮੀਂਹ ਨਹੀਂ ਪੈਂਦਾ, ਮਹਾਰਾਜ ਨੇ ਕਿਹਾ ਕੜਾਹ ਪ੍ਰਸ਼ਾਦ ਬਣਾਓ, ਟਕਾ ਰੱਖ ਕੇ ਪਰਮੇਸ਼ਰ ਅੱਗੇ ਅਰਦਾਸ ਕਰਿਓ, ਪਰਮੇਸ਼ਰ ਦੀ ਮੀਂਹ ਪਾਉਣਗੇ ਜੀ। ਹਰ ਗੱਲ ਵਿੱਚ ਮਹਾਰਾਜ ਨੇ ਇੱਕ ਓੰਕਾਰ ਦੀ ਗੱਲ ਕੀਤੀ, ਇੱਕ ਓੰਕਾਰ ਦੇ ਨਾਲ ਜੋੜਿਆ। ਉਹ ਸਾਰੀ ਡੈਫੀਨੇਸ਼ਨ ਮੂਲ ਮੰਤਰ ਵਿੱਚ ਆਪਾਂ ਪੜ੍ਹਦੇ ਹਾਂ। ਮਹਾਰਾਜ ਕਹਿੰਦੇ ਗੱਲ ਇੰਨੀ ਕੁ ਹੈ, ਉਹ ਕਰਮ ਧਰਮ ਕਰਦੇ ਆ ਤਾਂ ਆਪਣੇ ਇਸ਼ਟ ਤੱਕ ਜੁੜੇ ਆ, ਇਸ਼ਟ ਤੋਂ ਅੱਗੇ ਨਹੀਂ ਜਾਂਦੇ ਜੀ। ਹਾਂਜੀ। ਆਸਤ ਤੇ ਗਨ ਹਿੰਦੂ ਭਏ,
ਤੁਰ ਕੇਸ਼ ਭਿਨਾਸਤ ਤੇ ਬਾਨੇ ਤੇ ਆਵੇ। ਆਸਤ ਨਾਸਤ ਦੋਏ ਰਚੇ ਨਰ। ਪਰਮੇਸ਼ਰ ਨੇ ਆਸਤਕ ਲੋਕ ਵੀ ਬਣਾਏ ਤੇ ਨਾਸਤਕ ਵੀ ਬਣਾਏ ਹੈ, ਹਰ ਧਰਮ 'ਚ ਬਣਾਏ ਹੈ। ਕਈ ਹਿੰਦੂ ਧਰਮ ਦੇ ਬੰਦੇ ਉਹ ਕਹਿੰਦੇ ਅਸੀਂ ਨਹੀਂ ਮੰਨਦੇ ਕਿਸੇ ਨੂੰ, ਕਈ ਆਸਤਕ ਵੀ ਨੇ ਬੜੇ। ਤੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਇਕੱਲੇ ਹਿੰਦੂਆਂ 'ਚ ਹੀ ਨਹੀਂ ਹੈ। ਹੁਣ ਮਹਾਰਾਜ ਉਹਨਾਂ ਵੱਲ ਆਉਂਦੇ, ਮਹਾਰਾਜ ਕਹਿੰਦੇ ਤੁਰਕਾਂ ਵਿੱਚ ਵੀ ਆਸਤਕ ਤੇ ਨਾਸਤਕ ਹੈਗੇ ਆ। ਦੂਜੇ ਵਿੱਚ ਔਗੁਣ ਵੇਖਣ ਦੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਉੱਧਰ ਵੀ ਹੈਗੇ, ਤੁਹਾਡੇ ਵਾਲੇ ਪਾਸੇ ਵੀ ਹੈਗਾ ਬੜਾ ਕੁਛ। ਹਾਂਜੀ। ਮੂਲ ਤਰੋਵਰ ਕੀ ਜਲ ਸਿੰਚਤ, ਉਪਰ ਤੇ ਲੁਨੀਏ ਫਲ ਤਾਸਾ। ਹਾਂਜੀ। ਤਿਉ ਚਿਤ ਜਾਨੋ ਭੂਤਲ ਕੀ ਕ੍ਰਿਤ, ਲੇਤ ਸਭੈ ਫਲ ਜਾਏ ਆਕਾਸ਼ਾ। ਕੋਈ ਜਿਹੋ ਜਿਹਾ ਵੀ ਕਰਮ ਕਰਨ ਦਿਆ ਮਹਾਰਾਜ ਕਹਿੰਦੇ ਪਰਲੋਕ ਵਿੱਚ ਜਾ ਕੇ ਫਲ ਪ੍ਰਾਪਤ ਹੋ ਹੀ ਜਾਣਾ ਹੈ, ਅੱਗੇ ਜਾ ਕੇ ਫਲ ਪ੍ਰਾਪਤ ਹੋ ਹੀ ਜਾਣਾ ਹੈ। ਜਿਵੇਂ ਸਾਧ ਸੰਗਤ ਜੀ ਪਾਣੀ ਜੜ ਨੂੰ ਪਾਈਦਾ, ਪਰ ਉਹ ਪਾਣੀ ਜੜ ਰਾਹੀਂ ਫਲ ਤੱਕ ਪਹੁੰਚਦਾ ਹੈ ਜੀ। ਉਹ ਕਿੱਡੀ ਵੱਡੀ ਪ੍ਰਕਿਰਿਆ ਇੱਕ ਰੁੱਖ ਰਾਹੀਂ ਹੁੰਦੀ ਹੈ, ਉਹੋ ਹੀ ਫਲ ਵਿੱਚ ਜਾਣਾ, ਉਹਦਾ ਹੀ ਰਸ ਬਣਨਾ, ਕਿੱਡੇ ਕਿੱਡੇ ਕਾਰਜ। ਪਰ ਪਾਣੀ ਅੱਜ ਤੱਕ ਕਿਸੇ ਨੇ ਵੀ ਸੰਤਰੇ ਨੂੰ ਨਹੀਂ ਪਾਇਆ, ਸੇਬ ਨੂੰ, ਅੰਬ ਨੂੰ ਨਹੀਂ ਪਾਇਆ। ਜਿੰਨੇ ਜਿੰਨੇ ਪਾਣੀ ਪਾਇਆ ਜੜ ਨੂੰ ਹੀ ਪਾਇਆ ਹੈ। ਅੱਜ ਜਿੰਨੇ ਕਰਮ ਨੇ ਨਾ ਪਿਆਰਿਓ, ਇਹ ਸਾਰੇ ਜੜ ਰੂਪ ਨੇ। ਆਪਾਂ ਕਥਾ ਸੁਣ ਰਹੇ ਹਾਂ, ਇਹ ਜੜ ਵਿੱਚ ਪਾਣੀ ਪੈ ਰਿਹਾ, ਇਹਦਾ ਫਲ ਅੱਗੇ ਜਾ ਕੇ ਪ੍ਰਾਪਤ ਹੋਏਗਾ। ਮਹਾਰਾਜ ਕਹਿੰਦੇ ਕੋਈ ਜੋ ਕਰਮ ਕਰ ਰਿਹਾ, ਧਰਮ ਦਾ ਕਰਮ ਕਰ ਰਿਹਾ, ਇਹ ਸਭ ਕੀ ਹੈ? ਇਹ ਜੜ ਨੂੰ ਪਾਣੀ ਪੈ ਰਿਹਾ, ਇਹਦਾ ਫਲ ਅੱਗੇ ਜਾ ਕੇ ਪ੍ਰਾਪਤ ਹੋਏਗਾ। ਹਾਂਜੀ। ਕਾਚੋ ਮਤੋ ਆਪਨੋ ਤੁਮ ਦੇਖੋ, ਮਾਨਤ ਹੋ ਕਬਰੈ ਜਿਨ ਨਾਸ਼ਾ। ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ ਬਹਾਦਰ ਸ਼ਾਹ, ਤੂੰ ਹਿੰਦੂਆਂ ਨੂੰ ਕੱਚਾ ਕਹਿ ਰਿਹਾ, ਪਰ ਮਹਾਰਾਜ ਕਹਿੰਦੇ ਤੁਹਾਡੀ ਮੱਤ ਵਿੱਚ ਵੀ ਬੜੀ ਕਚਿਆਈ ਹੈ। ਤੁਹਾਡੀ ਮੱਤ ਵਿੱਚ ਨਹੀਂ ਕਚਿਆਈ, ਜਿਹੜੇ ਮਰ ਚੁੱਕੇ ਹੈ ਤੁਹਾਡੇ ਬੰਦੇ, ਮਹਾਰਾਜ ਕਹਿੰਦੇ ਉਹਨਾਂ ਦੀ ਕਬਰ ਬਣਾ ਕੇ ਉਹਨਾਂ ਨੂੰ ਮੰਨਦੇ ਨਹੀਂ ਹੈ। ਇਹ ਬੜਾ ਪੁਰਾਤਨ ਕੰਮ ਤੁਰਿਆ ਆਉਂਦਾ ਜੀ। ਚਲੋ ਉਂਝ ਜਿਹੜੇ ਕਈ ਇਸਲਾਮ ਧਰਮ ਦੇ ਬੜੇ ਪੱਕੇ ਨੇ, ਕਬਰ ਨੂੰ ਬਿਲਕੁਲ ਨਹੀਂ ਮੰਨਦੇ, ਉਹ ਇੱਕ ਖੁਦਾ ਦੀ ਗੱਲ ਕਰਦੇ ਹੈ। ਪਰ ਬਹੁਤ ਸਾਰੇ ਬੰਦੇ, ਮਹਾਰਾਜ ਨੇ ਕਹੇ ਨਾ, ਆਸਤਕ ਵੀ ਨੇ ਤੇ ਨਾਸਤਕ ਵੀ ਨੇ। ਹਿੰਦੂ ਧਰਮ ਵਿੱਚ ਬਹੁਤ ਬਹੁਤ ਐਸੇ ਸਨ ਜਿਨ੍ਹਾਂ ਨੇ ਪਰਮੇਸ਼ਰ ਦੀ ਪ੍ਰਾਪਤੀ ਕਰ ਲਈ ਸੀ। ਇਸਲਾਮ ਧਰਮ ਵਿੱਚ ਬੜੇ ਬੜੇ ਐਸੇ ਸਨ, ਸਾਈਂ ਮੀਆਂ ਮੀਰ ਜੀ ਵਰਗੇ, ਜਿਨ੍ਹਾਂ ਨੇ ਪਰਮੇਸ਼ਰ ਖੁਦਾ ਦੀ ਦਰਗਾਹ ਤੱਕ ਜਿਨ੍ਹਾਂ ਦੀ ਪਹੁੰਚ ਸੀ। ਤੇ ਉਹ ਸਨ ਆਸਤਕ, ਤੇ ਨਾਸਤਕ ਵੀ ਬੜੇ ਸਨ। ਮਹਾਰਾਜ ਕਹਿੰਦੇ ਹੈਗੇ ਨਹੀਂ ਨਾਸਤਕ, ਮਰੇ ਹੋਏ ਬੰਦੇ ਨੂੰ ਕਬਰ ਵਿੱਚ ਪਾ ਕੇ ਉਹਦੀ ਪੂਜਾ ਕਰਦੇ ਰਹਿੰਦੇ ਆ। ਦੱਸੋ ਉਹਦੇ ਨਾਲ ਕੀ ਮਿਲੇਗਾ? ਹਾਂਜੀ। ਕਿਆ ਤਿਨ ਤੇ ਕਹੋ ਕਾਜ ਸਰੈ, ਮ੍ਰਿਤ ਕਾ ਮਿਲ ਗੇ ਤਨ ਕਿਆ ਧਰ ਆਸਾ। ਮਹਾਰਾਜ ਕਹਿੰਦੇ ਉਹਨਾਂ ਦੇ ਸਰੀਰ ਤੇ ਮਿੱਟੀ 'ਚ ਮਿਲ ਜਾਂਦੇ ਆ, ਉਹਨਾਂ ਤੋਂ ਸੁੱਖ ਦੀ ਆਸ ਰੱਖਣ ਦੇ ਹੋ, ਕੀ ਸੁੱਖ ਦੇਣਗੇ ਉਹ ਤੁਹਾਨੂੰ? ਕੀ ਸੁੱਖ ਦੇਣਗੇ? ਕਿਹੜਾ ਕੰਮ ਸਵਰੇਗਾ? ਉਹ ਜਦੋਂ ਮਹਾਰਾਜ ਨੇ ਉੱਧਰ ਕੰਮ ਸ਼ੁਰੂ ਕਰਦਾ ਨਾ ਜੀ ਸੱਚੇ ਪਾਤਸ਼ਾਹ ਨੇ, ਉਹ ਵਿਦਵਾਨ ਔਖੇ ਹੋਣ ਲੱਗ ਪਏ ਜੀ। ਗੱਜ ਕੇ ਆਖੋ। ਉਹਨਾਂ ਚਿਰ ਤੱਕ ਤੇ ਕੰਮ ਠੀਕ ਹੈ ਜਿੰਨਾ ਚਿਰ ਤੱਕ ਦੂਜੇ ਦੀ ਨਿੰਦਾ ਹੁੰਦੀ ਹੋਵੇ। ਜਦੋਂ ਆਪਣੇ ਵੱਲ ਗੱਲ ਹੁੰਦੀ ਫਿਰ ਬੰਦਾ ਔਖਾ ਹੋਣਾ ਸ਼ੁਰੂ ਹੋ ਜਾਂਦਾ ਹੈ ਜੀ। ਉਹ ਔਖੇ ਹੋਣੇ ਵਿੱਚੋਂ ਸ਼ੁਰੂ ਹੋ ਗਏ। ਹਾਂਜੀ। ਦੋਹਰਾ ਕਰੋ ਬੰਦਗੀ ਰੋਜ਼ ਤੁਮ, ਬੰਦਾ ਬਨ ਕਰ ਆਪ। ਗੱਜ ਕੇ ਆਖੋ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ। ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ। ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ। ਵੇਖ ਲਓ ਮਹਾਰਾਜ, ਡਰਦੇ ਕੋਈ ਨਹੀਂ, ਡਰ ਕੋਈ ਨਹੀਂ। ਮੌਕੇ ਦਾ ਬਾਦਸ਼ਾਹ ਤੇ ਸੱਚੇ ਪਾਤਸ਼ਾਹ ਬਾਦਸ਼ਾਹ ਨੂੰ ਸਿੱਧੀ ਗੱਲ ਕਰਨ ਦੇ ਆ, ਤਰਕਾਂ ਵਿਤਰਕਾਂ ਆ ਕੇ ਕਰ ਰਿਹਾ। ਮਹਾਰਾਜ ਕਹਿੰਦੇ ਕਰੋ ਬੰਦਗੀ ਰੋਜ਼ ਤੁਮ, ਬੰਦਾ ਬਣ ਕਰ ਆਪ। ਜਿਹਨੂੰ ਆਪਾਂ ਕਹਿੰਦੇ ਚੁੱਪ ਕਰਕੇ ਬੰਦਾ ਬਣ ਕੇ ਕੰਮ ਕਰੀ ਜਾ। ਮਹਾਰਾਜ ਬਹਾਦਰ ਸ਼ਾਹ ਨੂੰ ਕਹਿੰਦੇ, ਮਹਾਰਾਜ ਕਹਿੰਦੇ ਬਹਾਦਰ ਸ਼ਾਹ ਬੰਦਾ ਬਣ ਕੇ ਉਹਦੀ ਬੰਦਗੀ ਕਰ, ਕਹਿਣ ਲੱਗੇ ਜਿਹੜਾ ਅਸਲ ਕੰਮ ਹੈ। ਤੇ ਸੱਚੀ ਗੱਲ ਹੈ ਪਿਆਰਿਓ, ਜਿੰਨੀਆਂ ਮਰਜ਼ੀ ਤਰਕਾਂ ਕਰੀ ਜਾਈਏ, ਫਲਾਣਾ ਗਿਆਨੀ ਮਾੜਾ ਹੈ, ਉਹ ਮਾੜਾ ਹੈ, ਉਹ ਮਾੜਾ ਹੈ, ਉਹ ਧਰਮ ਮਾੜਾ ਹੈ, ਤੱਤ ਜਿਹੜੀ ਗੱਲ ਹੈ ਉਹ 10ਵੇਂ ਪਾਤਸ਼ਾਹ ਨੇ ਕਹਿ ਦਿੱਤੀ ਹੈ। ਪਹਿਲਾਂ ਬੰਦਾ ਬਣਨਾ ਜ਼ਰੂਰੀ ਹੈ। ਮਾਫ ਕਰਿਓ, ਬੰਦਾ ਨਹੀਂ ਜੇ ਬਣਿਆ ਜਾਂਦਾ। ਅੱਜ ਸਾਡੇ ਧਰਮ ਵਿੱਚ ਜ਼ੋਰ ਲਾਇਆ ਜਾਂਦਾ ਹੈ ਗੁਣ ਧਾਰਨ ਕਰੋ, ਭਗਤੀ ਕਰਨ ਦੀ ਲੋੜ ਨਹੀਂ ਹੈ। ਪਰ ਪਿਆਰਿਓ,
10ਵੇਂ ਪਾਤਸ਼ਾਹ ਨੇ ਦੱਸਤਾ ਹੈ, ਬੰਦਗੀ ਕਰਨ ਤੋਂ ਬਗੈਰ ਬੰਦਾ ਬਣ ਹੀ ਨਹੀਂ ਸਕਦਾ ਜੀ। ਜਿੰਨਾ ਚਿਰ ਤੱਕ ਪਰਮੇਸ਼ਰ ਦੀ ਭਗਤੀ ਨਹੀਂ ਨਾ ਕਰਦੇ, ਉਹਨਾਂ ਚਿਰ ਤੱਕ ਬੰਦਾ ਨਹੀਂ ਜੇ ਬਣ ਸਕਦਾ। ਉਹਦਾ ਕਾਰਨ ਅੰਦਰ ਜਿਹੜੇ ਸ਼ੈਤਾਨ ਬੈਠੇ ਹੈ ਨਾ, ਇਹ ਬਿਨਾਂ ਗੁਰਮੰਤਰ ਦੇ ਅਭਿਆਸ ਤੋਂ ਇੰਨੇ ਆਕੀ ਹੋਏ ਆ, ਇਹ ਸਾਧ ਸੰਗਤ ਜੀ ਕਾਬੂ ਨਹੀਂ ਚ ਆਉਂਦੇ। ਇਹ ਕਾਬੂ ਉਦੋਂ ਹੀ ਆਉਂਦੇ ਆ ਜਦੋਂ ਬੰਦਾ ਭਜਨ ਕਰਦਾ, ਬੰਦਗੀ ਕਰਦਾ। ਜੇ ਬੰਦੇ ਬਣਨਾ ਹੈ ਨਾ, ਉਹਦੇ ਵਾਸਤੇ ਵੀ ਬੰਦਗੀ ਕਰਨੀ ਪੈਣੀ ਹੈ, ਪਰਮੇਸ਼ਰ ਦਾ ਭਜਨ ਕਰਨਾ ਪੈਣਾ। ਬੰਦੇ ਬਣਨ ਵਾਸਤੇ ਬੰਦਗੀ ਕਰਨੀ, ਤੇ ਬੰਦਾ ਬਣ ਕੇ ਹੋਰ ਬੰਦਗੀ ਕਰਨੀ ਹੈ, ਹੋਰ ਬੰਦਗੀ ਕਰਨੀ ਹੈ। ਕਿਉਂ? ਜਦੋਂ ਬੰਦਗੀ ਕਰਦਾ ਕਰਦਾ ਬੰਦਾ ਬਣਦਾ ਹੈ ਨਾ, ਤੇ ਫਿਰ ਬੰਦਗੀ ਕਰਦਾ ਕਰਦਾ ਬੰਦਾ ਬਣ ਕੇ ਜਦੋਂ ਬੰਦਗੀ ਕਰਦਾ ਹੈ, ਫਿਰ ਪਰਮੇਸ਼ਰ ਦੇ ਰਾਹ ਤੇ ਤੁਰਦਾ ਹੈ। ਰੱਬ ਦੀ ਪ੍ਰਾਪਤੀ, ਗੁਰੂ ਸਾਹਿਬ ਦੀ ਪ੍ਰਾਪਤੀ ਤੇ ਬੜੀ ਵੱਡੀ ਗੱਲ ਹੈ। ਬਹੁਤ ਸਾਲ ਤੇ ਇਸ ਰਸਤੇ ਤੇ ਬੰਦੇ ਨੂੰ ਆਪਣੇ ਆਪ ਨੂੰ ਸੁਧਾਰਨ ਤੇ ਲੱਗ ਜਾਂਦਾ ਹੈ। ਗੱਜ ਕੇ ਆਖੋ, ਬੜੇ ਸਾਲ ਲੱਗ ਜਾਂਦੇ ਆ। ਬੰਦਾ ਭਜਨ ਕਰਦਾ ਰਵੇ ਤੇ ਆਪਣੇ ਆਪ ਨੂੰ ਹੀ ਸੁਧਾਰੇ ਜੀ, ਆਪਣੇ ਆਪ ਨੂੰ ਹੀ ਸੁਧਾਰ ਲਵੇ। ਮਾਫ ਕਰਿਓ, ਭਜਨ ਕਰਦਿਆਂ ਕਰਦਿਆਂ ਦੁਨੀਆ ਨੂੰ ਤੇ ਮੇਰੇ ਵਰਗਾ ਸਿੱਖਿਆ ਦੇ ਲਵੇਗਾ, ਪਰ ਅਜੇ ਆਪ ਨਹੀਂ ਬੰਦਾ ਬਣਿਆ ਹੁੰਦਾ ਜੀ। ਆਪ ਕਿੱਥੋਂ ਬੰਦਾ ਬਣਿਆ ਜਾਣਾ ਜੀ? ਬੰਦਗੀ ਇਖਤਿਆਰ ਹੈ, ਬੰਦੇ ਨੂੰ ਬੰਦਗੀ ਕਰਨੀ ਪੈਣੀ ਹੈ। ਬੰਦਾ ਹੋਏ ਸੋ ਬੰਦਗੀ ਕਰੇ, ਸ਼੍ਰੀ ਗੁਰਪ੍ਰਤਾਪ ਸੂਟ ਗ੍ਰੰਥ ਵਿੱਚ ਦਾ ਹੀ ਬਚਨ ਹੈ। ਮਹਾਰਾਜ ਗੁਰੂ ਨਾਨਕ ਸਾਹਿਬ ਨੇ ਕਿਹਾ ਸੀ, ਬੰਦਾ ਹੋ ਕੇ ਬੰਦਾ ਬੰਦਗੀ ਕਰੇ। ਇੱਕ ਵਿਦਵਾਨ ਗੁਰਮੁਖ ਪਿਆਰਾ ਕਹਿੰਦਾ ਹੈ, ਬੰਦਾ ਹੋ ਕੇ ਕਰੇ ਬੰਦਗੀ ਤਾਂ ਬੰਦਾ ਚੰਗਾ, ਬੰਦਗੀ ਤੋਂ ਬਗੈਰ ਬੰਦਾ ਗੰਦੇ ਤੋਂ ਵੀ ਗੰਦਾ ਹੈ। ਉਹਦੇ ਲਈ ਭਜਨ ਕਰਨਾ ਪੈਣਾ, ਨਾਮ ਜਪਣਾ ਪੈਣਾ। ਗੱਜ ਕੇ ਕਹੋ, ਸ੍ਰੀ ਵਾਹਿਗੁਰੂ ਵਾਹਿਗੁਰੂ। ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ, ਬੰਦਗੀ ਕਰ, ਬੰਦਾ ਬਣ। ਮਹਾਰਾਜ ਕਹਿੰਦੇ ਬੰਦਾ ਬਣ। ਉਂਝ ਬੰਦੇ ਦਾ ਅਰਥ ਕੀ ਹੈ? ਇਹ ਬੇਨਤੀ ਕਰਾਂ, ਜਿਹੜਾ ਬੰਧਨ ਵਿੱਚ ਪੈ ਜਾਵੇ, ਬੰਧਨ ਵਿੱਚ ਪੈ ਜਾਵੇ। ਕਾਹਦੇ ਬੰਧਨ ਵਿੱਚ? ਪਰਮੇਸ਼ਰ ਦੀ ਰਜ਼ਾ ਦੇ ਵਿੱਚ ਜੀ। ਪਰਮੇਸ਼ਰ ਦੀ ਰਜ਼ਾ ਕੀ ਹੈ? ਜਿਨ੍ਹਾਂ ਕੰਮਾਂ ਨੂੰ ਰੱਬ ਦਾ ਹੁਕਮ ਹੈ, ਉਹ ਕੰਮ ਕਰਨੇ ਬੰਦਾ ਸ਼ੁਰੂ ਕਰ ਦੇਵੇ ਜੀ। ਸਤ ਸੰਗਤ ਦੇ ਬੰਧਨ ਵਿੱਚ ਪਵੇ, ਨਿਤਨੇਮ ਦੇ ਬੰਧਨ ਵਿੱਚ ਪਵੇ, ਸੇਵਾ ਦੇ ਬੰਧਨ ਵਿੱਚ ਪਵੇ। ਇਹ ਜਿਹੜੇ ਬੰਧਨ ਨੇ ਨਾ, ਇਹ ਬੰਦੇ ਨੂੰ ਬੰਦਾ ਬਣਾ ਦਿੰਦੇ ਆ, ਦੂਜੇ ਬੰਧਨ ਸਾਰੇ ਕੱਟ ਦਿੰਦੇ ਆ। ਇੱਕ ਬੰਧਨ ਮਹਾਰਾਜ ਨੇ ਪਾ ਦਿੱਤਾ, ਭਾਵੇਂ ਪਿਆਰ ਵਾਲਾ ਹੀ ਬੰਧਨ ਪਾਇਆ। ਸਤਿਗੁਰੂ ਨੇ ਆਪਣੇ ਪਿਆਰ ਵਾਲਾ ਬੰਧਨ ਪਾਤਾ। ਕਥਾ ਸੁਣਨੀ ਹੈ, ਇਹ ਵੀ ਤੇ ਇੱਕ ਬੰਧਨ ਪਾਇਆ ਨਹੀਂ ਮਹਾਰਾਜ ਨੇ। ਇਸੇ ਬੰਧਨ ਨੇ ਬਾਕੀ ਬੰਧਨਾਂ ਤੋਂ ਆਜ਼ਾਦ ਕਰਾਉਣਾ ਹੈ। ਗੱਜ ਕੇ ਆਖੋ ਵਾਹਿਗੁਰੂ। ਇਸੇ ਬੰਧਨ ਨੇ। ਇਹ ਹੈ ਮਹਾਰਾਜ ਬਾਣੀ ਚ ਨਹੀਂ ਕਹਿੰਦੇ, ਹਮ ਪ੍ਰੇਮ ਬੰਧਨ ਤੁਮ ਬੰਧੇ। ਉਹ ਕੀ ਹੈ? ਉਹ ਇਹੋ ਹੀ ਗੱਲ ਹੈ। ਤੇ ਬੰਦਾ ਉਹ ਹੈ ਜਿਹੜਾ ਸਾਧ ਸੰਗਤ ਜੀ ਪਰਮੇਸ਼ਰ ਦੇ ਹੁਕਮ ਦੇ ਬੰਧਨ ਵਿੱਚ ਆ ਜਾਵੇ। ਦੂਜੇ ਬੰਧਨ ਤਾਂ ਕੱਟੇ ਜਾਂਦੇ ਹੈ। ਅਸਲ ਬੰਦਾ ਉਹ ਹੈ ਜਿਹੜਾ ਫਿਰ ਉਹਦੀ ਬੰਦਗੀ ਕਰਦਾ ਹੈ। ਕਰੋ ਬੰਦਗੀ ਰੋਜ਼ ਤੁਮ, ਬੰਦਾ ਬਣ ਕਰ ਆਪ। ਮਹਾਰਾਜ ਕਹਿੰਦੇ ਬੰਦਾ ਬਣ, ਬੰਧਨ ਵਿੱਚ ਪੈ, ਪਰਮੇਸ਼ਰ ਦਾ ਭਜਨ ਕਰਤੇ ਕਰ। ਹਫ਼ਤੇ ਬਾਅਦ ਨਹੀਂ, ਮਹਾਰਾਜ ਕਹਿੰਦੇ ਰੋਜ਼ ਕਰਨਾ ਹੈ। ਕਹੋ ਪ੍ਰੇਮ ਨਾਲ, ਵਾਹਿਗੁਰੂ 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 ਵਾਹਿਗੁਰੂ। ਮਹਾਰਾਜ ਕਹਿੰਦੇ ਬੰਦਗੀ ਕਰ। ਹਾਂਜੀ। ਦੇਖਿਓ ਸੁਣਿਓ ਨਾ ਰੱਬ ਕਿਤੇ, ਕਰੋ ਨਿਵਾਜ ਕਲਾਪ। ਮਹਾਰਾਜ ਕਹਿੰਦੇ ਦੱਸ ਤੂੰ ਨਮਾਜ਼ ਗੁਜ਼ਾਰਦਾ, ਰੱਬ ਵੇਖਿਆ ਹੀ? ਕਹਿੰਦੇ ਰੱਬ ਵੇਖਿਆ ਕਦੀ? ਨਮਾਜ਼ ਕਰਦਾ ਹੈ ਨਾ, ਬਸ ਮਹਾਰਾਜ ਕਹਿੰਦੇ ਇਹ ਕੰਮ ਹੈ। ਉਹਦਾ ਭਜਨ ਕਰਨਾ। ਉਹਨਾਂ ਨੂੰ ਮਾੜਾ ਕਹਿਣ ਵਾਸਤੇ ਆ ਗਿਆ। ਜਿੱਥੇ ਲੋੜ ਹੈ ਉੱਥੇ ਮਹਾਰਾਜ ਨੇ ਬਾਣੀ ਵਿੱਚ ਵੀ ਬੇਅੰਤ ਥਾਵਾਂ ਤੇ ਆਖਿਆ,
ਪਰ ਉਹਦਾ ਜਿਹੜਾ ਮਨੋਰਥ ਸੀ ਨਾ ਬਹਾਦਰ ਸ਼ਾਹ ਦਾ, ਉਹਦੇ ਨਾਲ ਬੰਦੇ ਆਏ, ਉਹ ਚੇਚਾ ਇਹੋ ਕਹਾਉਣ ਲਈ ਆਏ ਵੀ ਇਹ ਹਿੰਦੂਆਂ ਨੂੰ ਮਾੜਾ ਕਹਿਣ। ਉਹ ਜਿਵੇਂ ਅੱਜ ਆ ਜਾਂਦੇ ਵੀ ਬਿਆਨਬਾਜ਼ੀ ਕਰਦੇ। ਹਾਂਜੀ। ਰੂਪ ਨਾ ਰੰਗ ਨਾ ਠੌਰ ਕਿਤ ਪਾਕ ਅੱਲਾਹ ਅਪਾਜ। ਮਹਾਰਾਜ ਕਹਿੰਦੇ ਉਸ ਰੱਬ ਦਾ ਕੋਈ ਰੂਪ ਨਹੀਂ ਹੈ, ਖੁਦਾ ਦਾ ਨਾ ਕੋਈ ਰੰਗ ਹੈ ਤੇ ਨਾ ਟਿਕਾਣਾ ਹੈ। ਉਹ ਪਾਕ ਹੈ, ਉਹ ਅਸਲ ਹੈ। ਹਾਂਜੀ। ਸਿਜਦਾ ਕਰੋ ਦਰੂਦ ਦੇਹੋ ਰੋਜਾ ਕੂਰ ਨਿਵਾਜ। ਮਹਾਰਾਜ ਕਹਿੰਦੇ ਤੁਸੀਂ ਸਿਜਦੇ ਕਰਦੇ ਹੋ, ਦਰੂਦ ਦਿੰਦੇ ਹੋ, ਰੋਜੇ ਰੱਖਦੇ ਹੋ, ਇਹ ਨਹੀਂ ਝੂਠ ਸਾਰੇ? ਗੱਜ ਕੇ ਆਖੋ ਵਾਹਿਗੁਰੂ। ਇਹ ਨਹੀਂ ਝੂਠ? ਉਹਨਾਂ ਦੇ ਕਰਮਾਂ ਨੂੰ ਝੂਠ ਕਹਿ ਰਹੇ ਹੋ? ਉਹ ਦੂਜੇ ਬੰਦੇ ਕਲਪਣ ਜੀ ਸਾਰੇ। ਹਾਂਜੀ। ਕਹਿਣਾ ਕਿਆ ਅਰ ਹਿਰਸ ਕਿਆ ਬਾਦ ਜਾਤ ਬਰਬਾਦ। ਮਹਾਰਾਜ ਕਹਿੰਦੇ ਦੱਸੋ, ਇਹ ਜਿੰਨੇ ਬੰਦੇ ਸਿਜਦੇ ਕਰਦੇ ਆ, ਦਰੂਦ ਦਿੰਦੇ ਆ, ਰੋਜੇ ਰੱਖਦੇ ਆ, ਮਨੋਂ ਸੱਚੇ ਹੋ ਗਏ ਹਨ ਸਾਰੇ? ਉੱਪਰੋਂ ਉੱਪਰੋਂ ਗੱਲਾਂ ਹਨ, ਪਰ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਆ ਸਜਦਾ ਕਰਦਿਆਂ ਕਰਦਿਆਂ ਵੀ ਮਨ ਆਕੜਿਆ ਪਿਆ ਹੈ। ਤੇ ਸੱਚ ਤੇ ਸਾਧ ਸੰਗਤ ਜੀ, ਸਿਜਦਾ ਬੰਦਾ ਕਰਦਾ ਖੁਦਾ ਅੱਗੇ, ਗੋਡੇ ਵੀ ਟੇਕਦਾ, 3 ਵਾਰ ਮੱਥਾ ਵੀ ਰੱਖਦਾ, ਪਰ ਉਹ ਬਾਹਰੀ ਕਰਮ ਨੇ ਮਨ ਦੇ ਵਿੱਚੋਂ ਆਕੜਿਆ ਹੁੰਦਾ ਹੈ। ਤੇ ਦਾਸ ਆਪਣੀ ਵੀ ਗੱਲ ਕਰਦਾ ਜੀ, ਆਪਾਂ ਵੀ ਕਰਦੇ ਹਾਂ, ਪਰ ਨਹੀਂ। ਇਸੇ ਕਰਕੇ ਮਹਾਰਾਜ ਨੇ ਬਾਣੀ 'ਚ ਫੈਸਲਾ ਕੀਤਾ, ਅਸਲ ਵਿੱਚ ਸਜਦਾ ਕੀ ਹੈ? ਤੁਧਨੋਂ ਨਿਵਣ ਮੰਨਣ ਤੇਰਾ ਨਾਮ। ਗੱਜ ਕੇ ਆਖੋ ਉਹਦੇ ਹੁਕਮ ਨੂੰ ਮੰਨਣਾ, ਉਹਦੀ ਯਾਦ ਵਿੱਚ ਜੁੜੇ ਰਹਿਣਾ। ਪਿਆਰਿਓ, ਇਹ ਅਸਲ ਸਜਦਾ ਹੈ, ਅਸਲ ਮੰਨਣਾ ਹੈ। ਸਿਦਕ ਕਰ ਸਿਜਦਾ ਮਨ ਕਰ ਮਕਸੂਦ, ਮਨ ਕਰ ਮਕਸੂਦ ਹੈ। ਸੋ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਇਹ ਵੀ ਮੁੱਖੋਂ ਕੁਝ ਕਹਿੰਦੇ ਆ, ਅੰਦਰੋਂ ਕੁਝ ਹੋਰ ਹੈ। ਇਹ ਨਹੀਂ ਸਭ ਝੂਠੇ ਕਰਮ। ਹਾਂਜੀ। ਨੇਕੀ ਕਰਨੀ ਜਿਨ ਕਰੀ ਕਰਿਓ ਖੁਦਾਏ ਸੁਜਾਦ। ਜਿਹੜਾ ਚੰਗਾ ਕੰਮ ਕਰਦੇ ਉਹ ਸਭ ਤੋਂ ਵੱਡਾ ਇਹੋ ਹੀ ਕੰਮ ਹੈ, ਉਹ 8 ਪੈਰ ਖੁਦਾ ਨੂੰ ਯਾਦ ਰੱਖਦੇ ਆ। ਇਹਨਾਂ ਨੂੰ ਖੁਦਾ ਨਹੀਂ ਭੁੱਲਦਾ। 5 ਵਕਤ ਤੇ ਨਮਾਜ਼ ਪੜ੍ਹ ਲੈਣਗੇ ਤੇ ਬਾਕੀ 8 ਪੈਰ ਦਾ ਸਮਾਂ, ਉਹ ਨਮਾਜ਼ ਦਾ ਤੇ ਟਾਈਮ ਬਣਦਾ ਹੋਏਗਾ ਸਾਰੀ ਦਿਹਾੜੀ ਦਾ ਬਣਾ ਕੇ 1 ਘੰਟਾ, ਬਾਕੀ 23 ਘੰਟੇ ਝੂਠ ਬੋਲੀ ਜਾਣਾ। ਅਸਲ ਵਿੱਚ ਜਿਹੜੇ ਨੀਕੀ ਕੰਮ ਹੈ, ਵਧੀਆ ਕੰਮ ਹੈ, ਮਹਾਰਾਜ ਕਹਿੰਦੇ ਉਹ 8 ਪੈਰ ਖੁਦਾ ਨੂੰ ਚੇਤੇ ਰੱਖਣ ਦਾ ਬਾਦਸ਼ਾਹ। ਹਾਂਜੀ। ਚੌਪਈ ਪੀਰ ਪੈਗੰਬਰ ਜਾਨ ਸਜੂਦ। ਹਾਂਜੀ। ਦੇਤ ਫਾਇਥਾ ਬਹੁਰ ਦਰੂਦ। ਉਹ ਇਸ਼ਟ ਨੂੰ ਦਿੰਦੇ ਆ। ਮਹਾਰਾਜ ਕਹਿੰਦੇ ਤੁਸੀਂ ਪੀਰ ਪੈਗੰਬਰਾਂ ਦੇ ਨਾਂ ਤੇ ਮਹਾਰਾਜ ਕਹਿੰਦੇ ਦਰੂਦ ਦਿੰਦੇ ਹੋ। ਹਾਂਜੀ। ਰੋਜ਼ਾ ਵਾਂਗ ਨਿਵਾਜ ਸੁਜਾਨ। ਮੁਸਲਮਾਨ ਇਨ ਕਰਹਿ ਪ੍ਰਮਾਨ। ਕਿਵੇਂ ਉੱਚੀ ਬਾਂਗ ਦਿੰਦੇ ਹੋ, ਰੋਜੇ ਰੱਖਦੇ ਹੋ, ਭੁੱਖੇ ਰਹਿੰਦੇ ਹੋ। ਮਹਾਰਾਜ ਕਹਿੰਦੇ ਜਿਹੜਾ ਇਹ ਕੰਮ ਕਰਦਾ, ਨਮਾਜ਼ ਪੜ੍ਹਦਾ, ਤੁਸੀਂ ਮੁਸਲਮਾਨ ਕਹਿ ਲੈਂਦੇ ਹੋ, ਮਨ ਤੇ ਝੂਠਾ ਹੈਗਾ ਵਿੱਚੋਂ। ਅਸਲ ਤੇ ਉਹੀ ਹੈ ਜਿਹੜਾ 8 ਪੈਰ ਖੁਦਾ ਨੂੰ ਚੇਤੇ ਰੱਖਦਾ। ਸੰਗਤ ਜੀ, ਜਿਹਨੂੰ 8 ਪੈਰ ਸਤਿਗੁਰੂ ਚੇਤਾ ਰਹਿੰਦੇ, ਉਹਦੇ ਕੋਲ ਗਲਤ ਕੰਮ ਨਹੀਂ ਹੁੰਦੇ। ਸਾਡੇ, ਮੈਂ ਆਪਣੀ ਵੀ ਗੱਲ ਸਾਧ ਸੰਗਤ ਦਾਸ ਕਰਦਾ, ਉਦੋਂ ਹੀ ਗਲਤ ਕੰਮ ਹੁੰਦਾ ਜਦੋਂ ਸਤਿਗੁਰੂ ਦਾ ਚੇਤਾ ਭੁੱਲਦਾ। ਉਦੋਂ ਹੀ ਗਲਤ ਕੰਮ ਹੁੰਦਾ ਜਦੋਂ ਰੱਬ ਦਾ ਚੇਤਾ ਭੁੱਲਦਾ। ਜਿੰਨਾ ਚਿਰ ਤੱਕ ਯਾਦ ਵਿੱਚ, ਉਹਨਾਂ ਚਿਰ ਗਲਤ ਕੰਮ ਕਰਨ ਨੂੰ ਜੀ ਨਹੀਂ ਕਰੇਗਾ। ਹਾਂਜੀ। ਤ੍ਰੈ ਸੰਧਿਆ ਕਰਨੀ ਧਰ ਪ੍ਰੀਤ। ਹਾਂਜੀ। ਦੇਵਲ ਪਾਹਨ ਪੂਜਤ ਰੀਤ। ਮਹਾਰਾਜ ਕਹਿੰਦੇ 3 ਵਾਰ ਉਹ ਸੰਧਿਆ ਕਰਦੇ ਆ। ਸੰਧਿਆ ਕਰਦੇ ਆ ਹਿੰਦੂ ਵੀਰ, ਮੰਦਰ ਵਿੱਚ ਜਾ ਕੇ ਪੱਥਰ ਪੂਜਦੇ, ਉਹ ਹਿੰਦੂਆਂ ਦੀ ਰੀਤੀ ਹੈ। ਹਾਂਜੀ। ਇਤਿਆਦਿਕ ਹਿੰਦੁਨ ਪਰਵਾਨਾ। ਹਮ ਦੋਨੋਂ ਕੋ ਜਾਨ ਸਮਾਨਾ। ਮਹਾਰਾਜ ਕਹਿੰਦੇ ਉਹ ਆਪਣਾ ਕਰਮ ਕਰਨ ਦੇ ਆ, ਤੁਸੀਂ 5 ਵਕਤ ਦੀ ਨਮਾਜ਼ ਕਰਾਂਦੇ ਹੋ। ਮਹਾਰਾਜ ਕਹਿੰਦੇ ਇਸ ਤਰੀਕੇ ਨਾਲ ਹਿੰਦੂ ਸਮਝਦੇ ਅਸੀਂ ਪ੍ਰਵਾਨ ਆ, ਤੁਸੀਂ ਸਮਝਦੇ ਹੋ ਅਸੀਂ ਪ੍ਰਵਾਨ ਆ। ਹਾਂਜੀ। ਤਿਆਗਨ ਕਰੇ ਭਾਉ ਲਖ ਬੀਜਾ। ਪਰ ਅਸੀਂ ਦੋਵਾਂ ਦੀ ਮਤ ਨੂੰ ਤਿਆਗਿਆ ਹੋਇਆ ਹੈ। ਗੱਜ ਕੇ ਆਖੋ ਵਾਹਿਗੁਰੂ। ਕਿਉਂ ਤਿਆਗਿਆ ਹੋਇਆ? ਇਸ਼ਟ ਤੱਕ ਰੁਕ ਗਏ। ਇਸ਼ਟ ਤੋਂ ਅੱਗੇ ਨਹੀਂ ਵਧੇ। ਉਹ ਸ਼੍ਰੀ ਰਾਮ ਜੀ ਤੱਕ, ਸ਼੍ਰੀ ਕ੍ਰਿਸ਼ਨ ਜੀ ਤੱਕ ਰੁਕੇ ਆ। ਜਿਨ੍ਹੇ ਸ਼੍ਰੀ ਰਾਮ ਜੀ, ਸ਼੍ਰੀ ਕ੍ਰਿਸ਼ਨ ਜੀ ਨੂੰ ਬਣਾਇਆ, ਉਹਦੇ ਤੱਕ ਕੋਈ ਪਹੁੰਚ ਨਹੀਂ ਹੈ। ਤੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਤੁਸੀਂ ਵੀ ਬੜੇ ਬੜੇ, ਤੁਹਾਡੇ ਬੰਦੇ ਕਬਰਾਂ ਨੂੰ ਰੱਖ ਰੱਖ ਪੂਜਦੇ ਆ, ਮੁਹੰਮਦ ਸਾਹਿਬ ਦੀ ਥਾਂ ਨੂੰ ਪੂਜਦੇ ਆ, ਉਹ ਉੱਥੋਂ ਤੱਕ ਰੁਕੇ ਆ। ਤੇ ਗੁਰੂ ਨਾਨਕ ਦੇਵ ਸਾਹਿਬ ਨੇ, ਸਾਧ ਸੰਗਤ ਜੀ,
ਮਹਾਰਾਜ ਨੇ ਸਿੱਧਾ ਸਿੱਧਾ ਆਖਿਆ ਸੀ। ਮਹਾਰਾਜ ਕਹਿੰਦੇ ਸਿੱਖੋ ਸਾਡੇ ਤੋਂ ਉੱਤੇ ਵੀ ਹੈ ਜਿਹਨੇ ਮੈਨੂੰ ਬਣਾਇਆ ਹੈ। ਗੁਰੂ ਨਾਨਕ ਸਾਹਿਬ ਕਹਿੰਦੇ ਸਨ। ਮਹਾਰਾਜ ਕਹਿੰਦੇ ਉਹਨੂੰ ਮੰਨਣਾ ਹੈ, ਉਸੇ ਦਾ ਨਾਮ ਵਾਹਿਗੁਰੂ ਹੈ, ਉਹਦਾ ਜਾਪ ਜਪਣ ਨੂੰ ਕਿਹਾ ਹੈ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ। ਇਹ ਗੱਲ ਵੱਖਰੀ ਹੈ। ਗੁਰੂ ਨਾਨਕ ਦੇਵ ਸਾਹਿਬ ਜੀ ਦੇ ਸਤਿਕਾਰ ਤੋਂ ਬਗੈਰ ਅਸੀਂ ਉਹਦੇ ਤੱਕ ਪਹੁੰਚ ਨਹੀਂ ਸਕਦੇ। ਇਸ ਕਰਕੇ ਮਾਤਾ ਸਾਹਿਬ ਜੀ ਦਾ ਸਤਿਕਾਰ ਕਰਨਾ ਹੈ। ਪਰ ਗੁਰੂ ਨਾਨਕ ਸਾਹਿਬ ਨੇ ਕਿਤੇ ਨਹੀਂ ਕਿਹਾ ਸਿੱਖੋ ਮੇਰੇ ਤੱਕ ਰੁਕੇ ਰਹੋ। ਗੁਰੂ ਨਾਨਕ ਸਾਹਿਬ ਕਹਿੰਦੇ ਤੁਹਾਡਾ ਤੇ ਮੇਰਾ ਮਾਲਕ ਇੱਕੋ ਹੀ ਹੈ। ਏਕੋ ਹੈ ਭਾਈ ਏਕੋ ਹੈ, ਸਾਹਿਬ ਮੇਰਾ ਏਕੋ ਹੈ। ਏਕੋ ਹੈ ਭਾਈ ਏਕੋ ਹੈ, ਸਾਹਿਬ ਮੇਰਾ ਏਕੋ ਹੈ। ਏਕੋ ਹੈ ਭਾਈ ਏਕੋ ਹੈ, ਸਾਹਿਬ ਮੇਰਾ ਏਕੋ ਹੈ। ਏਕੋ ਹੈ ਭਾਈ ਏਕੋ ਹੈ, ਸਾਹਿਬ ਮੇਰਾ ਏਕੋ ਹੈ। ਏਕੋ ਹੈ ਭਾਈ ਏਕੋ ਹੈ, ਸਾਹਿਬ ਮੇਰਾ ਏਕੋ ਹੈ। ਇਸੇ ਕਰਕੇ ਹਿੰਦੂ ਵੀਰਾਂ ਨੇ ਵੀ ਸਤਿਗੁਰੂ ਜੀ ਨੂੰ ਮੰਨਿਆ ਸੀ, ਮੁਸਲਮਾਨ ਵੀਰਾਂ ਨੇ ਵੀ ਗੁਰੂ ਨਾਨਕ ਸਾਹਿਬ ਜੀ ਨੂੰ ਪੀਰ ਮੰਨਿਆ ਸੀਗਾ। ਅੱਜ ਤੱਕ ਤੁਸੀਂ ਨਹੀਂ ਵੇਖਿਆ ਹੋਏਗਾ ਪਿਆਰਿਓ, ਮੁਸਲਮਾਨ ਵੀਰ ਸ਼੍ਰੀ ਰਾਮ ਚੰਦਰ ਜੀ ਦੀ ਤਸਵੀਰ ਰੱਖ ਕੇ ਉਹਦੀ ਪੂਜਾ ਕਰਦੇ ਹੋਣਗੇ। ਤੇ ਤੁਸੀਂ ਇਹ ਵੀ ਨਹੀਂ ਵੇਖਿਆ ਹੋਏਗਾ ਜਿਹੜੇ ਹਿੰਦੂ ਵੀਰ ਨੇ ਉਹ ਮੁਹੰਮਦ ਸਾਹਿਬ ਦੀ ਥਾਂ ਤੇ ਜਾ ਕੇ ਉੱਥੋਂ ਦੀ ਪੂਜਾ ਕਰਨ ਦੇ ਹੋਣ ਜਾਂ ਉਹਨਾਂ ਦਾ ਸਤਿਕਾਰ ਕਰਨ ਦੇ ਹੋਣ। ਪਰ ਇੱਕ ਗੱਲ ਹੈ, ਜਦੋਂ ਗੁਰੂ ਨਾਨਕ ਸਾਹਿਬ ਜੀ ਦਾ ਗੁਰਪੁਰਬ ਆਉਂਦਾ ਉਦੋਂ ਇਹ ਵੇਖਿਆ ਹੋਏਗਾ ਹਿੰਦੂ ਵੀਰ ਪੂਰੀ ਤਨਦੇਹੀ ਨਾਲ ਸਤਿਗੁਰੂ ਜੀ ਦਾ ਗੁਰਪੁਰਬ ਮਨਾਉਂਦੇ ਆ। ਉੱਥੇ ਮੁਸਲਮਾਨ ਵੀਰ ਵੀ ਗੁਰੂ ਨਾਨਕ ਸਾਹਿਬ ਜੀ ਦਾ ਗੁਰਪੁਰਬ ਪੂਰੀ ਤਨਦੇਹੀ ਨਾਲ ਮਨਾਉਂਦੇ ਆ। ਪਾਕਿਸਤਾਨ ਵਿੱਚ ਜਾਈਏ, ਉਹ ਜਦੋਂ ਮਹਾਰਾਜ ਦਾ ਗੁਰਪੁਰਬ ਸੀ ਬੜਾ ਲੰਮਾ ਇੱਕ ਮੈਟ ਮੁਸਲਮਾਨ ਵੀਰ ਨੇ ਵਿਛਾ ਦਿੱਤਾ ਸੀ। ਇੱਥੇ ਹਿੰਦੂ ਵੀਰ ਵੀ ਸਤਿਗੁਰਾਂ ਅੱਗੇ ਹੱਥ ਜੋੜ ਕੇ ਬੈਠਾ ਹੈ, ਇੱਥੇ ਮੁਸਲਮਾਨ ਵੀਰ ਵੀ ਹੱਥ ਜੋੜ ਕੇ ਬੈਠਾ ਹੈ। ਕਿਉਂ? ਗੁਰੂ ਨਾਨਕ ਸਾਹਿਬ ਨੇ ਕਿਤੇ ਨਹੀਂ ਕਿਹਾ ਸਿੱਖੋ ਮੈਨੂੰ ਮੰਨਿਓ। ਗੁਰੂ ਨਾਨਕ ਸਾਹਿਬ ਨੇ ਕਿਹਾ ਨਾ ਭਾਈ, ਇੱਕ ਓੰਕਾਰ ਉਹਨੂੰ ਮੰਨਣਾ। ਏਕੋ ਹੈ ਭਾਈ ਏਕੋ ਹੈ, ਸਾਹਿਬ ਮੇਰਾ ਏਕੋ ਹੈ। ਏਕੋ ਹੈ ਭਾਈ ਏਕੋ ਹੈ, ਸਾਹਿਬ ਮੇਰਾ ਏਕੋ ਹੈ। ਹਾਂਜੀ। ਉਤਪਤ ਕਰਿਓ ਖਾਲਸਾ ਤੀਜਾ। ਮਹਾਰਾਜ ਕਹਿੰਦੇ ਅਸੀਂ ਦੋਵਾਂ ਦੇ ਪੱਖ ਹੀ ਛੱਡ ਦਿੱਤੇ ਆ, ਅਸੀਂ ਤੀਜਾ ਬਣਾਇਆ ਹੈ ਖਾਲਸਾ। ਹਾਂਜੀ। ਝੂਠੇ ਲਖ ਦੋਨੋਂ ਹਮ ਛੋਰੇ। ਅਸੀਂ ਦੋਵਾਂ ਨੂੰ ਸਮਝਿਆ ਦੋਵੇਂ ਤੇ ਕਰਮਾਂ ਦੇ ਬੰਧਨ ਚ ਪਏ ਹੋਏ ਆ, ਭਾਵ ਇਸ਼ਟ ਤੱਕ ਰੁਕੇ ਹੋਏ ਆ, ਝੂਠੇ ਹਨ। ਹਾਂਜੀ। ਪੰਥ ਅਕਾਲ ਪੁਰਖ ਕੋ ਲੋਰੇ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਇਹ ਧਰਮ ਸਾਡਾ ਨਹੀਂ ਹੈ, ਖਾਲਸਾ ਮੇਰਾ ਨਹੀਂ ਹੋਏਗਾ। ਖਾਲਸਾ ਅਕਾਲ ਦਾ ਪੰਥ ਹੈ। ਅਕਾਲ ਕੌਣ ਹੈ? ਪਰਮੇਸ਼ਰ ਹੈ, ਜਿਹੜਾ ਸਮੇਂ ਵਿੱਚ ਨਹੀਂ ਆਉਂਦਾ, ਸਾਰੇ ਸਮੇਂ ਵਿੱਚ ਨੇ। ਮਹਾਰਾਜ ਕਹਿੰਦੇ ਮੈਂ ਵੀ ਸਮੇਂ ਵਿੱਚ ਹਾਂ। 10ਵੇਂ ਪਾਤਸ਼ਾਹ ਮਹਾਰਾਜ ਨੇ ਸਰੀਰ ਤਿਆਗਣਾ, ਪਰ ਜਿਹੜਾ ਅਕਾਲ ਹੈ ਉਹ ਨਹੀਂ ਮਰਦਾ, ਉਹ ਨਹੀਂ ਸਮੇਂ ਵਿੱਚ। ਤੇ ਖਾਲਸਾ ਕੌਣ ਹੈ? ਖਾਲਸਾ ਅਕਾਲ ਪੁਰਖ ਕੀ ਫੌਜ, ਉਹ ਸਿੱਧਾ ਸੰਬੰਧ ਅਕਾਲ ਨਾਲ ਹੈ। ਮਹਾਰਾਜ ਕਹਿੰਦੇ ਇਸ ਕਰਕੇ ਅਸੀਂ ਵਿੱਚ ਕਿਸੇ ਨੂੰ ਨਹੀਂ ਰੱਖਿਆ, ਅਸੀਂ ਸਿੱਧਾ ਅਕਾਲ ਨਾਲ ਜੋੜਿਆ ਖਾਲਸੇ ਨੂੰ। ਹਾਂਜੀ। ਬਾਦ ਪੱਖ ਕੋ ਸਕਲ ਵਿਨਾਸ਼ਾ। ਝਗੜੇ ਵਾਲਾ ਪੱਖ ਹੀ ਬਹਾਦਰ ਸ਼ਾਹ ਖਤਮ ਕਰ ਦਿੱਤਾ ਹੈ, ਝਗੜੇ ਵਾਲਾ ਪੱਖ ਹੀ ਨਹੀਂ ਰਹੇਗਾ। ਹਾਂਜੀ। ਧਰੀ ਅਕਾਲ ਪੁਰਖ ਕੀ ਆਸਾ। ਇਹਨਾਂ ਨੂੰ ਆਖਿਆ ਉਸ ਅਕਾਲ ਪੁਰਖ ਦੀ ਆਸ ਰੱਖਣੀ ਹੈ, ਉਹਨੂੰ ਮੰਨਣਾ ਹੈ, ਉਹਦਾ ਹੀ ਨਾਮ ਜਪਣਾ ਹੈ। ਆ 10ਵੇਂ ਪਾਤਸ਼ਾਹ ਮਹਾਰਾਜ ਜੀ ਦੀ ਬਾਣੀ ਨੂੰ ਪੜ੍ਹਦੇ ਨਹੀਂ ਸਾਡੇ ਵੀਰ, ਕੇਵਲ ਤਰਕ ਕਰਦੇ। ਮੇਰੇ ਸਤਿਗੁਰੂ ਦੀ ਬਾਣੀ ਤੇ ਕਿਤੇ ਪੜ੍ਹ ਕੇ ਵੇਖੋ, ਆ ਜਾਪ ਸਾਹਿਬ ਵਿੱਚ ਕਿਹਨੂੰ ਨਮਸਕਾਰ ਕੀਤੀ ਮਹਾਰਾਜ ਨੇ?
ਨਮਸਤਵੰ ਅਕਾਲੇ, ਨਮਸਤਵੰ ਕਿਰਪਾਲੇ। ਕਿਹਨੂੰ ਨਮਸਕਾਰ ਕੀਤੀ ਹੈ? ਅਕਾਲੇ। ਸਭ ਤੋਂ ਪਹਿਲਾਂ ਮਹਾਰਾਜ ਨੇ ਉਹ ਅਕਾਲੇ ਦਾ ਹੀ ਨਾਮ ਲਿਆ। ਮਹਾਰਾਜ ਕਹਿੰਦੇ ਹੇ ਵਾਹਿਗੁਰੂ ਤੈਨੂੰ ਮੇਰੀ ਨਮਸਕਾਰ ਹੈ। ਨਮਸਤਵੰ ਅਪਾਲੇ। ਰੱਬ ਨੂੰ ਕੋਈ ਪਾਲ ਨਹੀਂ ਸਕਦਾ, ਰੱਬ ਸਾਨੂੰ ਪਾਲ ਰਿਹਾ। ਨਮਸਤੰ ਅਰੂਪੇ, ਅਨੂਪੇ, ਅਪੇਖੇ, ਅਲੇਖੇ, ਅਗੰਜੇ, ਅਭੰਜੇ। ਕਿੰਨੇ ਨਾਮ ਮਹਾਰਾਜ ਨੇ ਦੱਸੇ। ਹਰ ਨਾਮ ਲੈ ਕੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਹੇ ਵਾਹਿਗੁਰੂ ਤੈਨੂੰ ਮੈਂ ਮੱਥਾ ਟੇਕਦਾ। ਨਮੋ ਸਰਬ ਕਰਤਾ, ਹੇ ਸਾਰਿਆਂ ਨੂੰ ਕਰਨ ਵਾਲੇ ਵਾਹਿਗੁਰੂ ਤੈਨੂੰ ਮੈਂ ਮੱਥਾ ਟੇਕਦਾ। ਕਿਤੇ ਨਹੀਂ ਕਿਹਾ ਮੈਨੂੰ ਟੇਕੋ ਸਿੱਖੋ। ਆਪ ਬਾਣੀ ਰਚੀ, ਆਪ ਉਸ ਅਕਾਲ ਨੂੰ ਨਮਸਕਾਰ ਕੀਤੀ। ਤੇ ਪਿਆਰਿਓ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਦੂਜਿਆਂ ਨੂੰ ਵੀ ਕਿਹਾ। ਮਹਾਰਾਜ ਕਹਿੰਦੇ ਤੁਸੀਂ ਵੀ ਇਸੇ ਅਕਾਲ ਨੂੰ ਰੋਜ਼ ਨਮਸਕਾਰ ਕਰਨੀ ਹੈ। ਨਿਤ ਨੇਮ ਮਹਾਰਾਜ ਸੱਚੇ ਪਾਤਸ਼ਾਹ ਗਰੀਬ ਨਵਾਜ ਜੀ ਨੇ ਦਿੱਤਾ ਇਹ ਹੈ, ਉਹਨੂੰ ਨਮਸਕਾਰ ਕਰਨੀ। ਅਕਾਲ ਉਸਤਤ ਸੱਚੇ ਪਾਤਸ਼ਾਹ ਜੀ ਨੇ ਉਚਾਰਨ ਕੀਤੀ। ਅਕਾਲ ਉਸਤਤ ਪੜ੍ਹੋ, ਉਹਦੇ ਵਿੱਚ ਬਚਨ ਹੀ ਆਉਂਦਾ ਤੂੰ ਹੀ 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 ਤੂੰ ਹੀ। ਉਹ ਸਾਰੀ ਉਹਦੀ ਹੈ। ਮਹਾਰਾਜ ਕਹਿੰਦੇ ਇਸ ਕਰਕੇ ਖਾਲਸਾ ਸਾਜਿਆ, ਉਹਦਾ ਸੰਬੰਧ ਸਿੱਧਾ ਅਕਾਲ ਨਾਲ ਕੀਤਾ, ਆਪਣੇ ਨਾਲ ਨਹੀਂ ਜੋੜਿਆ। ਹਾਂਜੀ। ਜਨਮਿਓ ਅਬੈ ਖਾਲਸਾ ਨਯੋ। ਅਰੇ ਸਾਡਾ ਖਾਲਸਾ ਨਵਾਂ ਨਵਾਂ ਜਨਮਿਆ ਮਹਾਰਾਜ ਕਹਿੰਦੇ। ਹਾਂਜੀ। ਬਾਲਕ ਕੇ ਮਨਿੰਦ ਜਗ ਥਿਓ। ਤੇ ਅਰੇ ਉਹ ਇੱਕ ਬਾਲਕ ਵਰਗਾ ਹੈ ਜਗਤ ਵਿੱਚ। ਜਿਵੇਂ ਕੋਈ ਬਾਲਕ ਦਾ ਨਵਾਂ ਜਨਮ ਹੋਇਆ, ਮਹਾਰਾਜ ਕਹਿੰਦੇ ਸਾਡਾ ਖਾਲਸਾ ਬਾਲਕ ਵਰਗਾ ਹੈ। ਹਾਂਜੀ। ਯੁਵਾ ਹੋਏ ਜਬ ਜੋਰ ਸੰਭਾਰੇ। ਜਦੋਂ ਜਵਾਨ ਹੋਏਗਾ ਜ਼ੋਰ ਧਾਰਨ ਕਰੇਗਾ ਖਾਲਸਾ। ਹਾਂਜੀ। ਕਬਰ ਮੜੀ ਕੋ ਫੋੜ ਉਖਾਰੇ। ਕਬਰਾਂ ਮੜੀਆਂ ਸਾਰੀਆਂ ਭੰਨ ਦੇਗਾ। ਪਰ ਦਾਸ ਬੇਨਤੀ ਕਰੇ ਜੋ ਹਾਲਾਤ ਨੇ, ਅਜੇ ਖਾਲਸਾ ਅੱਛੀ ਤਰ੍ਹਾਂ ਜਵਾਨ ਨਹੀਂ ਹੋਇਆ। ਅਜੇ ਜਵਾਨ ਨਹੀਂ ਅੱਛੀ ਤਰ੍ਹਾਂ ਹੋਇਆ। ਕਈ ਗੁਰਮੁਖ ਨੇ ਜਿਨ੍ਹਾਂ ਦੀ ਸੁਰਤ ਤਾਂ ਚੜ੍ਹ ਗਈ ਹੈ, ਜਿਹੜੇ ਸੱਚੀ ਮੁੱਚੀ ਖਾਲਸਾ ਬਣ ਗਏ ਹੈ। ਨਹੀਂ ਤਾਂ ਜੇ ਜਵਾਨ ਵਾਲਾ ਸਮਾਂ ਨਹੀਂ ਆਇਆ ਜੀ। ਹਾਂਜੀ। ਦੇਵਲ ਬੁੱਤ ਪ੍ਰਸਤੀ ਨਹਿ ਮਾਨੈ। ਮਹਾਰਾਜ ਕਹਿੰਦੇ ਸਾਡਾ ਖਾਲਸਾ ਨਾ ਬੁੱਤ ਪ੍ਰਸਤੀ ਨੂੰ ਮੰਨੇਗਾ, ਨਾ ਮੜੀ ਕਬਰ ਨੂੰ ਮੰਨੇਗਾ। ਹਾਂਜੀ। ਏਕ ਅਕਾਲ ਅਕਾਲ ਬਖਾਨੈ। ਉਹ ਕੀ ਕਹੇਗਾ? ਬਸ ਅਕਾਲ 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 ਜਪੇਗਾ। ਉਸ ਵਾਹਿਗੁਰੂ ਜੀ ਦਾ ਨਾਮ ਜਪੇਗਾ ਜਿਹੜਾ ਕਿਸੇ ਸਮੇਂ ਦੇ ਬੰਧਨ ਵਿੱਚ ਨਹੀਂ ਹੈਗਾ। ਮਹਾਰਾਜ ਕਹਿੰਦੇ ਅਸੀਂ ਸਿੱਧਾ ਤੇ ਸਿੱਧਾ ਖਾਲਸੇ ਨੂੰ ਉਹਦੇ ਨਾਲ ਜੋੜਿਆ। ਮਹਾਰਾਜ ਕਹਿੰਦੇ ਆਪਣੇ ਨਾਲ ਨਹੀਂ ਜੋੜਿਆ। ਹਾਂਜੀ। ਬਸਿਓ ਵਿਦੇਸ਼ ਜੋ ਬਾਪ ਤੁਹਾਰਾ। ਹਾਂਜੀ। ਪਰੇਸ਼ਾਨ ਬਿਨ ਖਰਚ ਲਚਾਰਾ। ਹਾਂਜੀ। ਵਿੱਚ ਦਰਗਾਹੇ ਬਿਖਰਚ ਸਵਾਖਵਾਰੀ। ਹਾਂਜੀ। ਹਿੰਦੁਨ ਕੇ ਦੈ ਖਰਚ ਪਿਛਾਰੀ। ਮਹਾਰਾਜ ਕਹਿੰਦੇ ਹੁਣ ਹੋਰ ਸੁਣ ਲੈ। ਉਹ ਬੰਦੇ ਵੀ ਨਾਲ ਸੁਣ। ਮਹਾਰਾਜ ਕਹਿੰਦੇ ਇਸ ਸਮੇਂ ਨੌਰੰਗਾ ਤੇਰਾ ਪਰਲੋਕ, ਤੇਰਾ ਬਾਪ ਜਿਹੜਾ ਪਰਲੋਕ ਵਿੱਚ ਗਿਆ, ਮਹਾਰਾਜ ਕਹਿੰਦੇ ਉੱਥੇ ਬੜਾ ਪਰੇਸ਼ਾਨ ਹੋਇਆ ਪਿਆ। ਉੱਥੇ ਬੜਾ ਲਾਚਾਰ, ਕਿਉਂ ਉਹਨੇ ਦੁੱਖ ਹੀ ਦਿੱਤੇ ਨਾ ਸਭ ਨੂੰ। ਮਹਾਰਾਜ ਕਹਿੰਦੇ ਉੱਥੇ ਪਰੇਸ਼ਾਨ ਹੈ, ਉੱਥੇ ਦੁਖੀ ਹੈ। ਤੇ ਦਰਗਾਹ ਦੇ ਵਿੱਚ ਖਰਚ ਤੋਂ ਬਗੈਰ ਆਪਣੀ ਖੁਆਰੀ ਕਰਾਉਂਦਿਆਂ ਨਾਮ ਤੇ ਇਕੱਠਾ ਹੀ ਨਹੀਂ ਕੀਤਾ ਉਹਨੇ। ਦਰਗਾਹ 'ਚ ਉੱਥੇ ਖੁਆਰੀ ਹੋਣ ਦਈ ਆ। ਹਿੰਦੂਆਂ ਵਿੱਚ ਪਿਤਰਾਂ ਨੂੰ ਖਰਚ ਪਿੱਛੋਂ ਦਿੰਦੇ ਆ, ਉਹਦੇ ਵਾਸਤੇ ਕਰਾਉਂਦੇ ਆ। ਮਹਾਰਾਜ ਕਹਿੰਦੇ ਤੁਹਾਡੇ ਵਿੱਚ ਤੇ ਉਹ ਵੀ ਨਹੀਂ ਕਰਾਉਂਦੇ। ਗੱਜ ਕੇ ਆਖੋ ਭਾਵੇਂ ਪਹੁੰਚਦਾ ਨਹੀਂ ਪਹੁੰਚਦਾ ਇਹ ਤੇ ਵੱਖਰੀ ਗੱਲ ਹੈ। ਬਾਬਾ ਕਬੀਰ ਸਾਹਿਬ ਕਹਿੰਦੇ ਜਿੰਦਿਆਂ ਨੂੰ ਮੰਨੋ, ਪਰ ਮਹਾਰਾਜ ਕਹਿੰਦੇ ਉਹਦੇ ਮਰਿਆਂ ਨੂੰ ਕਰਾਉਂਦੇ। ਉਹ ਉੱਥੇ ਵੇਖ ਦੁਖੀ ਹੁੰਦੇ ਆ, ਉਹਦਾ ਕਰਾ ਕੁਛ ਫਿਰ। ਮਹਾਰਾਜ ਕਹਿੰਦੇ ਤੁਹਾਡੇ ਵਿੱਚ ਤੇ ਉਹ ਵੀ ਨਹੀਂ ਕਰਾਉਂਦੇ। ਹਾਂਜੀ। ਦੀਰਘ ਸਵਾਸ ਭਰੇ ਦੁਖ ਪਾਵੇ। ਮਹਾਰਾਜ ਕਹਿੰਦੇ ਲੰਮੇ ਲੰਮੇ ਸਾਹ ਲੈਂਦਾ, ਦੁੱਖ ਲੈਣ ਦੇ ਆਈ ਉੱਥੇ। ਸੂਖਸ਼ਮ ਸਰੀਰ ਉਹਦਾ ਬੜਾ ਦੁਖੀ, ਸਜ਼ਾਵਾਂ ਭੋਗਣ ਦੇ ਆਈ ਉਹ। ਹਾਂਜੀ। ਪਦਰ ਤੁਹਾਰ ਬਹੁਤ ਬਿਲ ਲਾਵੇ। ਤੇਰਾ ਪਿਓ ਉੱਥੇ ਬੜਾ ਵਿਲਕਣ ਦੇ ਆਈ, ਤਰਲੇ ਲੈਣ ਦੇ ਆਈ। ਕੋਈ ਛਡਾਉਣ ਵਾਲਾ ਨਹੀਂ ਉਹਨੂੰ ਹੈਗਾ। ਹਾਂਜੀ। ਹੋਏ ਬੇਖਰਚ ਕਹਾਏ ਗੁਲਾਮ। ਖਰਚ ਰਹਿਤ ਹੋ ਕੇ ਗੁਲਾਮ ਕਹਾਉਂਦਿਆ ਜਮਾਂ ਦੇ ਵਸ ਪਿਆ। ਮਹਾਰਾਜ ਨੇ ਜਫਰਨਾਮੇ 'ਚ ਸਾਰਾ ਲਿਖ ਕੇ ਭੇਜਿਆ ਸੀ ਉਹਨੂੰ। ਹਾਂਜੀ। ਕਰੈ ਬੇਖਰਚ ਬੁਰੇ ਬਹੁ ਕਾਮ। ਮਹਾਰਾਜ ਕਹਿੰਦੇ ਜਿਹੜਾ ਥੋੜਾ ਬਹੁਤਾ ਦਾਨ ਪੁੰਨ ਇਕੱਠਾ ਹੋਇਆ ਸੀ ਉਹ ਵੀ ਉਹਨੇ ਗਲਤ ਕੰਮਾਂ 'ਚ ਖਰਚ ਕਰ ਦਿੱਤਾ। ਮਹਾਰਾਜ ਕਹਿੰਦੇ ਗਲਤ ਕੰਮਾਂ 'ਚ ਖਰਚ ਕੀਤਾ, ਹੁਣ ਰੋਣ ਦਿਆ ਹੀ। ਮਹਾਰਾਜ ਕਹਿੰਦੇ ਉਹ ਵੀ ਸਾਰੀ ਉਮਰ ਦੂਜਿਆਂ ਨੂੰ ਹੀ ਮਾੜਾ ਕਹਿੰਦਾ ਰਿਹਾ। ਮਹਾਰਾਜ ਕਹਿੰਦੇ ਵੇਖ ਲਾ ਉਹਦਾ ਕੀ ਹਾਲ ਬਣਿਆ ਪਿਆ। ਹਾਂਜੀ। ਬਨੈ ਚੋਰ ਬਟਪਾਰੀ ਕਰੈ। ਹਾਂਜੀ।
ਹਾਥਨ ਖਰਚ ਨਾ ਮੰਗੈ ਪਰੈ ਹਾਂਜੀ। ਹਰ ਹੀਰ ਲਿਹੋ ਜਗ ਕੋ ਬਿਵਹਾਰਾ ਤਿਮ ਆਗੇ ਲਖ ਬਨਜ ਕਰਾਰਾ। ਮਹਾਰਾਜ ਕਹਿੰਦੇ ਅਗਲੇ ਵਪਾਰ ਬਾਰੇ ਸੋਚ, ਖੁਦਾ ਦਾ ਨਾਮ ਜਪ, ਬਾਦਸ਼ਾਹ ਬੰਦਗੀ ਕਰ ਜਿਹੜੀ ਤੇਰੇ ਕੰਮ ਆਉਣੀ ਹੈ। ਤੇਰੇ ਬਾਪ ਨੇ ਬੰਦਗੀ ਨਹੀਂ ਕੀਤੀ, ਜਿੰਨੇ ਦਾਨ ਪੁੰਨ ਸਾਰੇ ਖੋਹ ਲਏ ਉਹਨਾਂ। ਹੁਣ ਰੋਂਦਾ ਫਿਰਦਾ ਹੀ, ਦਰਗਾਹ 'ਚ ਬੁਰਾ ਹਾਲ ਹੋਂਦਿਆ ਹੀ ਉਹਦਾ। ਹਾਂਜੀ। ਸੁਨ ਕਰ ਸ਼ਾਹੋ ਬਹਾਦਰ ਤਬੈ ਬੋਲਿਓ ਗਇਓ ਨਾ ਹੀਰਤ ਸਭੈ। ਉਹ ਜਦੋਂ ਵੇਖਿਆ ਬਹਾਦਰ ਸ਼ਾਹ ਨੇ ਵੀ ਮੇਰੀ ਬੇਇੱਜ਼ਤੀ ਕਰਤੀ ਹੈ, ਮੇਰੇ ਵਿੱਚ ਉਹਨੇ ਔਗੁਣ ਕੱਢ ਕੇ ਵਿਖਾਤੇ ਹੈ, ਤੇ ਬਹਾਦਰ ਸ਼ਾਹ ਚੁੱਪ ਕਰਕੇ ਸਤਿਗੁਰੂ ਜੀ ਦੇ ਸਾਹਮਣੇ ਬੈਠ ਗਿਆ, ਬੋਲਿਆ ਨਹੀਂ ਬਾਅਦ ਵਿੱਚ ਜੀ। ਹਾਂਜੀ। ਉੱਤਰ ਜਾਨ ਕਛੁਕ ਮੁਸਕਾਨਿਓ ਗੁਰ ਬੋਲਣ ਮਹਿ ਸਮਰੱਥ ਮਾਨਿਓ। ਤੇ ਕਹਿਣ ਲੱਗਾ, ਮਨ ਵਿੱਚ ਮੁਸਕਰਾਉਂਦਾ ਹੈ ਵੀ ਮੈਂ ਮਹਾਰਾਜ ਜੀ ਦੇ ਸਾਹਮਣੇ ਅੜ ਨਹੀਂ ਸਕਦਾ, ਮੈਂ ਇਹਨਾਂ ਨੂੰ ਆਪਣੀ ਮੱਤ ਅਨੁਸਾਰ ਨਹੀਂ ਚਲਾ ਸਕਦਾ। ਹਾਂਜੀ। ਅਪਰ ਮੁਲਾਨੇ ਅਰ ਉਲਮਾਉ ਸੂਬੇ ਕਿਤਕ ਥਿਰੇ ਉਮਰਾਉ। ਹੋਰ ਮੁਲਾਣੇ ਬੜੇ ਬੜੇ ਬੁੱਧੀਜੀਵੀ ਤੁਰਕਾਂ ਦੇ ਤੇ ਸਾਧ ਸੰਗਤ ਜੀ ਸੂਬੇ ਉੱਥੇ ਬੈਠੇ ਹੋਏ ਸਨ ਬਾਦਸ਼ਾਹ ਨਾਲ। ਹਾਂਜੀ। ਸੁਮਤ ਪ੍ਰਵੀਨ ਆਨ ਮਨ ਮੌਨੇ। ਸਾਰੇ ਚੁੱਪ ਬੈਠੇ, ਕਿਉਂ ਮਹਾਰਾਜ ਨੇ ਬਚਨ ਹੀ ਐਸੇ ਕੀਤੇ ਵੀ ਮਨ ਤੇ ਸਾਫ਼ ਨਹੀਂ ਹੈ, ਕਰਮ ਤੁਸੀਂ ਕਰਨ ਲਿਓ, ਸਾਰੇ ਕਰਮ ਝੂਠੇ ਹਨ। ਚੁੱਪ ਹੋ ਗਏ ਸਾਰੇ। ਹਾਂਜੀ। ਗੁਰ ਸਨਮੁਖ ਨਹਿ ਬੋਲਿਓ ਕੌਨੇ। ਭਾਈ ਸੰਤੋਖ ਸਿੰਘ ਕਹਿੰਦੇ ਕਿਹੜਾ ਜਿਹੜਾ ਉਸ ਸਮੇਂ ਸਤਿਗੁਰੂ ਦੇ ਸਾਹਮਣੇ ਬੋਲੇ ਜੀ। ਹਾਂਜੀ। ਸਭਾ ਬੀਚ ਜੇ ਆਏ ਨਾ ਬਾਤ ਹੋਤ ਅਨਾਦਰ ਮ੍ਰਿਤ ਜਿਸ ਭਾਂਤ। ਜਦੋਂ ਸਭਾ ਵਿੱਚ ਕੋਈ ਕਿਸੇ ਦੀ ਬੋਲਤੀ ਬੰਦ ਕਰਾ ਦੇ ਨਾ, ਸਮਝੋ ਉਹਦੀ ਤੇ ਮੌਤ ਹੀ ਹੈ, ਅਨਾਦਰ ਹੈ। ਅਨਾਦਰ ਹੋਇਆ ਇਹਨਾਂ ਦਾ, ਗੱਲ ਨਹੀਂ ਆਈ। ਉਹ ਇੱਕ ਨੂੰ ਮਾੜਾ ਕਹਿੰਦੇ ਸਨ, ਆਪਣੀ ਚੌਨੇ ਔਗੁਣ ਨਿਕਲ ਆਏ। ਹਾਂਜੀ। ਪ੍ਰਸ਼ਨ ਕਰਹਿ ਉੱਤਰ ਦੇ ਤੂਰਨ ਸਰਬ ਕਲਾ ਸਮਰੱਥ ਗੁਰ ਪੂਰਨ। ਇਸ ਤਰੀਕੇ ਨਾਲ ਮਹਾਰਾਜ ਸੱਚੇ ਪਾਤਸ਼ਾਹ ਨੇ ਉਹਨਾਂ ਦੇ ਸਾਰੇ ਪ੍ਰਸ਼ਨਾਂ ਦਾ ਉੱਤਰ ਦਿੱਤਾ। ਗੁਰੂ ਜੀ ਸਰਬ ਕਲਾ ਸਮਰੱਥ ਨੇ, ਸਤਿਗੁਰੂ ਜੀ ਦੇ ਸਾਹਮਣੇ ਨਾ ਕੋਈ ਅੜ ਸਕਦਾ ਨਾ ਕੋਈ ਖੜ ਸਕਦਾ। ਇੱਧਰ ਫਿਰ ਸੱਚੇ ਪਾਤਸ਼ਾਹ ਗਰੀਬ ਨਵਾਜ ਜੀ ਬਹਾਦਰ ਸ਼ਾਹ ਨੂੰ ਕਹਿੰਦੇ ਆ, ਮਹਾਰਾਜ ਕਹਿੰਦੇ ਜਾ ਕੇ ਤੂੰ ਆਪਣਾ ਰਾਜ ਭਾਗ ਦਾ ਕੰਮ ਵੇਖ ਤੇ ਸਾਰਾ ਕੁਝ ਕਰਦਾ ਰੱਬ ਦੀ ਬੰਦਗੀ ਕਰ, ਨਾਮ ਧਨ ਇਕੱਠਾ ਕਰ ਲੈ, ਉਹ ਨਾਮ ਧਨ ਤੇਰੇ ਨਾਲ ਜਾਣਾ ਹੀ। ਮਹਾਰਾਜ ਕਹਿੰਦੇ ਤੇਰੇ ਬਾਪ ਨੇ ਕੀ ਕੀਤਾ, ਸਭ ਨੂੰ ਮਾੜਾ ਹੀ ਆਖਿਆ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਦਰਗਾਹ 'ਚ ਉਹਦੀ ਖੁਆਰੀ ਹੋਂਦਾ ਹੀ, ਬੁਰੇ ਹਾਲ ਹੋਂਦਾ ਹੀ ਉਹਦੇ। ਸੋ ਮਹਾਰਾਜ ਗਰੀਬ ਨਵਾਜ ਸੱਚੇ ਪਾਤਸ਼ਾਹ ਕਿਰਪਾ ਕਰਨ, ਦਇਆ ਕਰਨ। ਇਹ ਜਿਹੜੇ ਭਰਮ ਭੁਲੇਖੇ ਆ ਨਾ, ਇਹ ਦੂਰ ਹੋਣ ਤੇ ਚੰਗੇ ਆ। ਕੋਈ ਕਿਸੇ ਨੂੰ ਕਹਿ ਲੇਗਾ, ਕੋਈ ਕਿਸੇ ਨੂੰ ਕਹਿ ਲੇਗਾ। ਕੀਰਤਨ ਕਰਨ ਵਾਲਾ ਤੇ ਕੰਮ ਹੀ ਨਹੀਂ ਕੀਤਾ ਜੀ। ਜੋ ਦੁੱਖ ਮਿਲ ਰਿਹਾ ਸੁੱਖ ਮਿਲਿਆ ਉਹ ਤਾਂ ਉਹਦੇ ਆਪਣੇ ਕਰਮ ਨੇ, ਕੋਈ ਕਿਸੇ ਨੂੰ ਕੁਝ ਨਹੀਂ ਕਰ ਸਕਦਾ। ਸਾਧ ਸੰਗਤ ਜੀ ਦੂਜੇ ਨੂੰ ਦੇਸ਼ ਦੇਣ ਦਾ ਬਿਲਕੁਲ ਵਿਅਰਥ ਕੰਮ ਹੈ। ਮਹਾਰਾਜ ਬਾਣੀ ਵਿੱਚ ਕਹਿੰਦੇ ਆ, ਦੱਦਾ ਦੋਸ਼ ਕਰਮਾ ਆਪਣਿਆ, ਜੋ ਮੈਂ ਕੀਆ ਸੋ ਮੈਂ ਪਾਇਆ, ਦੋਸ਼ ਨਾ ਦੀਜਹਿ ਅਵਰ ਜਨਾ। ਜੋ ਕੀਤਾ ਉਹ ਮਿਲਿਆ। ਸੋ ਮਹਾਰਾਜ ਗਰੀਬ ਨਵਾਜ ਸੱਚੇ ਪਾਤਸ਼ਾਹ ਕਿਰਪਾ ਕਰਨ। ਇਸ ਤਰੀਕੇ ਨਾਲ ਹੌਲੀ ਹੌਲੀ ਸਰੀਰ ਤਿਆਗਣ ਦੀ ਮਹਾਰਾਜ ਤਿਆਰੀ ਕਰ ਰਹੇ ਆ। ਗਰੀਬ ਨਵਾਜ ਸੱਚੇ ਪਾਤਸ਼ਾਹ ਮਿਹਰਾਂ ਕਰਨ, ਕਿਰਪਾ ਭਰਿਆ ਹੱਥ ਰੱਖਣ। ਇਹ ਕਥਾ ਥੋੜ੍ਹੇ ਦਿਨਾਂ ਦੀ ਹੈ। ਜਿਉਂ-ਜਿਉਂ ਕਥਾ ਸਾਧ ਸੰਗਤ ਜੀ ਨੇੜੇ ਆ ਰਹੀ ਹੈ, ਤਿਉਂ-ਤਿਉਂ ਹਿਰਦੇ ਵਿੱਚ ਇਹ ਡਰ ਕੇ ਕਹਿ ਰਿਹਾ ਮਹਾਰਾਜ ਸੱਚੇ ਪਾਤਸ਼ਾਹ ਜੀ ਤੋਂ, ਤਿਉਂ-ਤਿਉਂ ਹਿਰਦੇ ਵਿੱਚ ਡਰ ਵੀ ਵੱਧ ਰਿਹਾ ਹੈ। ਗੱਜ ਕੇ ਆਖੋ, ਕਿਉਂਕਿ ਬੜੀ ਵੱਡੀ ਸੇਵਾ ਹੈ ਤੇ ਦਾਸ ਬਿਲਕੁਲ ਮੂਰਖ ਹੈ। ਮਹਾਰਾਜ ਸੱਚੇ ਪਾਤਸ਼ਾਹ ਹੀ ਸੇਵਾ ਕਰਾਉਣ ਵਾਲੇ ਹੈ। ਮਹਾਰਾਜ ਸੱਚੇ ਪਾਤਸ਼ਾਹ ਰਹਿੰਦੀ ਕਥਾ ਆਪ ਕਰਵਾਉਣ, ਸਦਾ ਵਾਸਤੇ ਸਿਰ 'ਤੇ ਮਿਹਰਾਂ ਭਰਿਆ ਹੱਥ ਰੱਖਣ। ਇਹ ਅਰਦਾਸ ਕਰਿਓ, ਮਹਾਰਾਜ ਸਿਰ 'ਤੇ ਮਿਹਰਾਂ ਭਰਿਆ ਹੱਥ ਰੱਖਿਓ, ਦਇਆ ਕਰਿਓ। ਹੁਣ ਸਾਧ ਸੰਗਤ ਜੀ ਮਹਾਰਾਜ ਸਾਹਿਬ ਜੀ ਦੀ ਸੰਪੂਰਨਤਾ ਦੀਵਾਨਾਂ ਦੀ ਹੋਏਗੀ। ਜਿੱਥੇ ਆਪ ਜੀ ਸੰਗਤਾਂ ਆਏ ਉੱਥੇ ਹਾਲੈਂਡ ਤੋਂ ਸਤਿਕਾਰਯੋਗ ਮਾਤਾ ਸੁਰਿੰਦਰ ਕੌਰ ਜੀ ਉਹ ਵੀ ਆਏ ਹੋਏ ਆ। ਜੀਓ ਆਇਆਂ ਨੂੰ। ਬੇਅੰਤ ਸੰਗਤਾਂ ਹਾਜ਼ਰੀ ਭਰਨ ਵਾਸਤੇ ਆ ਰਹੀਆਂ ਵਿਦੇਸ਼ਾਂ ਤੋਂ। ਉਹਦਾ ਕਾਰਨ ਹੈ ਜਿਨ੍ਹਾਂ ਕੋਲ 7 ਅਪ੍ਰੈਲ ਨੂੰ ਨਹੀਂ ਆਇਆ ਜਾਣਾ, ਉਹ ਪਹਿਲਾਂ ਆਈ ਜਾ ਰਹੇ ਆ। ਕਈਆਂ ਦਾ ਫੋਨ ਆਇਆ ਵੀ ਅਸੀਂ 7 ਨੂੰ ਆ ਰਹੇ ਹਾਂ, ਕਈਆਂ ਦਾ ਆਇਆ ਵੀ ਅਸੀਂ 7 ਤੋਂ ਬਾਅਦ ਆ ਰਹੇ ਹਾਂ। ਪਰ ਉਹ ਸਾਰੇ ਕਹਿੰਦੇ ਵੀ ਮਹਾਰਾਜ ਦੀ ਕਿਰਪਾ ਨਾਲ ਅਸਥਾਨ 'ਤੇ ਜ਼ਰੂਰ ਹਾਜ਼ਰੀ ਭਰਾਂਗੇ। ਸੋ ਇਹਨਾਂ ਨੇ ਕੱਲ੍ਹ ਨੂੰ ਪਟਨਾ ਸਾਹਿਬ ਚੱਲ ਜਾਣਾ, ਫਿਰ ਇਹਨਾਂ ਸਿੱਧਾ ਇੰਗਲੈਂਡ ਜਾਣਾ। ਇਸ ਕਰਕੇ ਕਹਿੰਦੇ ਪਹਿਲਾਂ ਹਾਜ਼ਰੀ ਲਵਾ ਲਈਏ। ਸੱਚੇ ਪਾਤਸ਼ਾਹ ਮੇਰਾ ਭਰਿਆ ਹੱਥ ਰੱਖਣ, ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਿਸ਼ ਕਰਨੀ। ਦੋਵੇਂ ਹੱਥ ਜੋੜ ਕੇ ਗੱਜ ਕੇ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਭ